ਵਾਹਿਗੁਰੂ ਸਾਹਿਬ ਜੀ, ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ਼੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ। ਗੁਰੂ ਗ੍ਰੰਥ ਸਾਹਿਬ ਦੁਧ ਮੰਦੋ ਕਰ ਅਨੁਰਾਗ। ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆਂ ਚੱਲੀ ਪੀੜੀ ਸੋਢੀਆਂ। ਚੱਲੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ। ਗਲ ਭੰਜਨ ਗੁਰ ਸੂਰਮਾ ਵਡ ਜੋਦਾ ਬਹੁ ਪਰ ਉਪਕਾਰੀ। ਪੁੱਛਨ ਸਿਖ ਅਰਦਾਸ ਕਰੋ ਛੇ ਮਹਿਲਾਂ ਤੱਕ ਦਰਸ਼ਨ ਹਾਰੀ। ਅਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣਮੋ ਸੰਸਾਰੀ। ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਦਲ ਪੰਜਣ ਗੁਰ ਸੂਰਮਾ ਦਲ ਪੰਜਣ ਗੁਰ ਸੂਰਮਾ। ਦਲ ਪੰਜਣ ਗੁਰ ਸੂਰਮਾ ਦਲ ਪੰਜਣ ਗੁਰ ਸੂਰਮਾ।
आप नारायण कला धार जग में परवरियो। निरंकार आकार जोत जग मंडल करियो। वड्डे मेरे साहिबा जी गैर गंभीरा गैर गंभीरा। वड्डे मेरे साहिबा जी गैर गंभीरा गुणी गंभीरा। ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ। ਹਾਜ਼ਰਾ ਹਜੂਰ ਜਾਹਰਾ ਜਹੂਰ ਸਰਬ ਕਲਾ ਭਰਪੂਰ। ਦਸਾਂ ਸਤਿਗੁਰਾਂ ਦੀ ਆਤਮਿਕ ਜੋਤ। ਸਤਿਗੁਰੂ ਦੀਨ ਦੁਨੀਆ ਦੇ ਮਾਲਕੋ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰ ਸੰਗਤ ਜੀਓ ਜਵਾਬ ਜੀ। ਮੇਰੀ ਪੀਰੀ ਦੇ ਮਾਲਕੋ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਉਹਨਾਂ ਦੇ ਅਵਤਾਰ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਪਰਸੋਂ ਰੋਜ਼ ਤੋਂ ਲੈ ਕੇ ਧੁਰਕੀ ਬਾਣੀ ਆਈ ਤਨ ਸਗਲੀ ਚਿੰਤ ਮਟਾਈ ਦੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਏ। ਨਾਲ ਸ੍ਰੀ ਜਪਜੀ ਸਾਹਿਬ ਦੇ ਅਖੰਡ ਪਾਠ
ਸੋ ਆਓ ਕੁਝ ਕੁ ਸਮਾਂ ਗੁਰਬਾਣੀ ਦੀ ਕਥਾ ਕੀਰਤਨ ਵਿਚਾਰਾਂ ਸਰਵਣ ਕਰੀਏ। ਦੀਨ ਦੁਨੀਆ ਦੇ ਮਾਲਕ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਨਾਰਾਇਣ ਸਤਿਗੁਰੂ ਵਾਹਿਗੁਰੂ ਪਰਮੇਸ਼ਰ ਜੀ ਸਰੀਰ ਧਾਰ ਕੇ ਆਏ ਤੇ ਸਾਧ ਸੰਗਤ ਜੀ ਕਿਉਂ ਲੋੜ ਪਈ ਮਹਾਰਾਜ ਪਰਮੇਸ਼ਰ ਨੂੰ ਸਰੀਰ ਧਾਰਨ ਦੀ, ਤੇ ਇਹ ਆਪਾਂ ਬੈਠ ਕੇ ਸਰਵਣ ਕਰਨਾ ਹੈ। ਅਵਤਾਰ ਤਾਂ ਪਹਿਲਾਂ ਵੀ ਬੜੇ ਆਏ, ਪਹਿਲਾਂ ਵੀ ਬੜੇ ਯੋਧੇ ਆਏ, ਸੂਰਮੇ ਆਏ, ਪਰ ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵਰਗਾ ਕੋਈ ਸੂਰਮਾ ਨਹੀਂ, ਜਿਨ੍ਹਾਂ ਬਾਰੇ ਕਹਿੰਦੇ ਵੱਡ ਯੋਧਾ ਬਹੁ ਪਰ ਉਪਕਾਰੀ। ਇਸ ਕਰਕੇ ਪਿਆਰ ਸਤਿਕਾਰ ਦੇ ਸਹਿਤ ਸਰਵਣ ਕਰਨਾ ਹੈ। ਤੋ ਜਿੰਨਾ ਵੀ ਸਮਾਂ ਸਤਿਗੁਰਾਂ ਦੇ ਚਰਨੀ ਬੈਠਣਾ ਹੈ, ਇਕਾਗਰਤਾ ਦੇ ਸਹਿਤ ਸਤਿਗੁਰਾਂ ਦੀ ਪਵਿੱਤਰ ਬਾਣੀ ਦੀ ਕਥਾ ਕੀਰਤਨ ਵਿਚਾਰਾਂ ਸਰਵਣ ਕਰਨੀਆਂ ਨੇ। ਸੁਆਓ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਬਖਸ਼ਿਸ਼ ਕੀਤੀ ਹੋਏ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਸਾਧ ਸੰਗਤ ਜੀ। ਜਿਸ ਵੇਲੇ ਧਰਤੀ ਤੇ ਪਾਪ ਵਧੇ ਹੈ, ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਨੂੰ ਅਰਜਨ ਨੇ ਪੁੱਛਿਆ, ਜਿਸ ਵੇਲੇ ਮਹਾਭਾਰਤ ਦਾ ਯੁੱਧ ਹੋਣਾ ਸੀ, ਉਸ ਵੇਲੇ ਭਗਵਾਨ ਜੀ ਨੇ ਗੀਤਾ ਉਚਾਰੀ ਸੀ, ਸ਼੍ਰੀਮਦ ਭਗਵਤ ਗੀਤਾ। ਮਹਾਭਾਰਤ ਦਾ ਯੁੱਧ ਹੋਣਾ ਹੈ ਤੇ ਉਸ ਵੇਲੇ ਅਰਜਨ ਸਵਾਲ ਕਰ ਰਿਹਾ ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਨੂੰ, ਦੁਆਪਰ ਯੁੱਗ ਦੇ ਅਵਤਾਰ ਆਖਣ ਲੱਗੇ ਭਗਵਾਨ ਜੀ ਤੁਸੀਂ ਕਦੋਂ ਅਵਤਾਰ ਧਾਰਦੇ ਹੋ? ਉਸ ਵੇਲੇ ਭਗਵਾਨ ਜੀ ਨੇ ਅਰਜਨ ਨੂੰ ਸੰਬੋਧਨ ਹੋ ਕੇ ਗੀਤਾ ਵਿੱਚ ਬਚਨ ਉਚਾਰੇ। ਮਹਾਰਾਜ ਕਹਿਣ ਲੱਗੇ ਅਰਜਨ ਪਰਨਿਤਨਿਆ ਸਾਧੂਨਾਮ ਵਿਨਾਸ਼ਾ ਚ ਦੁਸ਼ਕਰਤਮ ਧਰਮ ਸੰਸਥਾਪਨਾ ਅਰਥਾਏ ਸੰਭਵਾਮੀ ਯੁਗੇ ਯੁਗੇ। ਭਗਵਾਨ ਜੀ ਨੇ ਗੀਤਾ ਦੇ ਬਚਨ ਪਰਨਿਤਰਨਾਇਆ ਸਾਧੂ ਨਾਮ ਵਿਨਾਸ਼ਾ ਚ ਦੁਸ਼ਕਰਤਮ। ਮਹਾਰਾਜ ਕਹਿੰਦੇ ਹੈ ਅਰਜਨ ਮੈਂ ਸਾਧੂ ਮਹਾਤਮਾ ਨੂੰ ਨਵਾਜਣ ਆਉਣਾ ਆ, ਨਵਾਜਣ। ਵਿਨਾਸ਼ਾ ਚ ਦੁਸ਼ਕਰਤਮ ਇਹ ਸੰਸਕ੍ਰਿਤ ਭਾਸ਼ਾ ਵਿੱਚ ਹੈ ਗੀਤਾ ਮਹਾਰਾਜ ਨੇ ਉਚਾਰੀ। ਇੱਕ ਗੱਲ ਦਾ ਚੇਤੇ ਰੱਖਿਓ, ਭੰਡਾਰਾ ਸਾਰਾ ਟਕਸਾਲ 'ਚ ਹੀ ਮਿਲਣਾ ਹੈ। ਵਿਦਿਆ ਦਾ ਭੰਡਾਰਾ ਨਾ, ਜਿੰਨਾ ਗਿਆਨ ਦਾ, ਬ੍ਰਹਮ ਗਿਆਨ ਦਾ ਭੰਡਾਰਾ ਸਭ ਦਮਦਮੀ ਟਕਸਾਲ ਤੋਂ ਮਿਲੇਗਾ। ਬੜੇ ਬੜੇ ਗਿਆਨੀ ਮਹਾਤਮਾ ਬੈਠੇ। ਵਿਨਾਸ਼ਾ ਚ ਦੁਸ਼ਕਰਤਮ, ਦੁਸ਼ਕਰਤਮ ਦਾ ਭਾਵ ਹੁੰਦਾ ਹੈ ਮਾੜੇ ਕਰਮ। ਉਹਨਾਂ ਦਾ ਮੈਂ ਵਿਨਾਸ਼ ਕਰਨ ਆਇਆ ਅਰਜਨ, ਜਿਹੜੇ ਮਾੜੇ ਕਰਮ ਕਰਦੇ ਨੇ, ਖੋਟੇ, ਦੁਨੀਆ ਨੂੰ ਤੰਗ ਕਰਦੇ ਹੈ, ਜ਼ੁਲਮ ਕਰਦੇ ਹੈ, ਗੁਲਾਮੀ ਦੀਆਂ ਜੰਜੀਰਾਂ ਪਾ ਕੇ ਰੱਖਣਾ ਚਾਹੁੰਦੇ ਹੈ। ਹੇ ਅਰਜਨ ਮੈਂ ਜੇ ਅਵਤਾਰ ਧਾਰਨ ਕੀਤਾ ਆਹ ਕਾਰਨ ਹੈ, ਧਰਮ ਸੰਸਥਾਪਨਾ ਅਰਥਾਏ ਧਰਮ ਦੀ ਸੰਸਥਾਪਨਾ ਕਰਨੀ ਹੈ। ਸੰਭਵਾਮੀ ਯੁਗੇ ਯੁਗੇ, ਜੁਗਾ ਜੁਗਾ ਤੱਕ ਅਵਤਾਰ ਧਾਰਦਾ ਰਹਾਂਗਾ ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਕਹਿੰਦੇ। ਸੋ ਜਿਸ ਵੇਲੇ ਕਲਮਲ ਹੋਈ ਮੇਦਨੀ ਅਰਦਾਸ, ਮੇਦਨੀ ਨਾਮ ਧਰਤੀ ਦਾ ਹੈ, ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ, ਬੜੇ ਪਾਪ ਵਧੇ। ਤੇ ਬ੍ਰਹਮ ਗਿਆਨੀ ਮਹਾਤਮਾ ਭਾਈ ਗੁਰਦਾਸ ਜੀ ਨੇ ਕੀ ਆਖਿਆ? ਥੰਮੇ ਕੋਏ ਨਾ ਸਾਧ ਮੈਨੂੰ, ਸਾਧ ਨਾ ਦਿਸੈ ਜਗ ਵਿੱਚ ਕੋਆ। ਇੱਥੇ ਸਾਧ ਲਫ਼ਜ਼ ਗੁਰੂ ਸਾਹਿਬ ਵਾਸਤੇ ਹੈ।
ਭਾਈ ਗੁਰਦਾਸ ਦੀਆਂ ਵਾਰਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ, ਬਾਣੀ ਦੀ ਕੁੰਜੀ ਆਖਿਆ। ਗੁਰਬਾਣੀ ਦੀ ਕਥਾ ਕਰਨੀ ਹੈ, ਸਿੱਖਣੀ ਹੈ, ਵਾਰਾਂ ਪੜ੍ਹਨੀਆਂ ਪੈਂਦੀਆਂ ਨੇ ਭਾਈ ਗੁਰਦਾਸ ਦੀਆਂ, ਕਬਿੱਤ ਪੜ੍ਹਨੇ ਪੈਣਗੇ। ਫਿਰ ਕਿਤੇ ਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਕਥਾ ਕੁੰਜੀ ਹੈ। ਮਾਣ ਬਖਸ਼ਿਆ ਗੁਰੂ ਅਰਜਨ ਸਾਹਿਬ ਜੀ ਨੇ। ਮਹਾਰਾਜ ਕਹਿੰਦੇ ਗੁਰਬਾਣੀ ਦੀ ਕਥਾ, ਗੁਰਬਾਣੀ ਦੀ ਇਹ ਕੁੰਜੀ ਹੈ ਭਾਈ ਗੁਰਦਾਸ ਦੀਆਂ ਵਾਰਾਂ। ਤੇ ਭਾਈ ਗੁਰਦਾਸ ਜੀ ਕਹਿੰਦੇ ਇੰਨਾ ਇੱਥੇ ਘੋਰ ਕਲਯੁਗ ਦੇ ਵਿੱਚ ਹਨੇਰਾ ਹੋਇਆ ਅਗਿਆਨਤਾ ਦਾ, ਇੰਨੇ ਪਾਪ ਵਧੇ, ਥੰਮੈ ਕੋਈ ਨਾ ਸਾਧ ਬਿਨ, ਸਾਧ ਨਾ ਦਿਸੈ ਜਗ ਵਿੱਚ ਕੋਆ। ਕੋਈ ਗੁਰੂ ਸਾਹਿਬ ਤੋਂ ਬਿਨਾਂ ਧਰਤੀ ਦੇ ਪਾਪਾਂ ਨੂੰ ਥੰਮ ਨਹੀਂ ਸੀ ਸਕਦਾ। ਜਿਸ ਕਰਕੇ ਸਾਧ ਸੰਗਤ ਜੀ, ਜਦੋਂ ਪਾਪ ਵਧੇ ਨਾ, ਉਸ ਵੇਲੇ ਗੁਰੂ ਨਾਨਕ ਦੇ ਮਹਾਰਾਜ ਭਾਵ ਪਰਮੇਸ਼ਰ ਅੱਗੇ ਬੇਨਤੀ ਕੀਤੀ। ਮਹਾਤਮਾ ਸਾਧੂ ਜਨਾਂ ਨੇ, ਬ੍ਰਹਮੇ ਵਰਗੇ ਦੇਵਤਿਆਂ ਨੇ, ਹੇ ਵਾਹਿਗੁਰੂ ਕਿਰਪਾ ਕਰੋ, ਧਰਤੀ ਪੁਕਾਰਾਂ ਕਰਦੀਏ, ਬਾਣੀ ਦਾ ਬਚਨ ਹੈ, ਕਲਮਲ ਹੋਈ ਮੇਦਨੀ ਅਰਦਾਸ ਕਰੇ ਲਿਵ ਲਾਏ। ਧਰਤੀ ਨੇ ਅਰਦਾਸ ਕੀਤੀ ਏ, ਮਹਾਰਾਜ ਕਿਰਪਾ ਕਰੋ ਮੇਰੇ ਪਾਪਾਂ ਨੂੰ, ਮੇਰੇ ਤੇ ਹੋ ਰਹੇ ਪਾਪਾਂ ਦਾ ਨਾਸ਼ ਕਰੋ। ਸਤਿਗੁਰੂ ਵਾਹਿਗੁਰੂ ਪਰਮੇਸ਼ਰ ਨੇ ਉਸ ਵੇਲੇ ਆਖਿਆ, ਅਸੀਂ ਆਵਾਂਗੇ ਆਪਣੇ 10 ਸਰੂਪ ਲੈ ਕੇ, 10 ਜਾਮੇ ਲੈ ਕੇ ਆਵਾਂਗੇ। ਇਸੇ ਕਰਕੇ ਮੇਰੇ ਗੁਰੂ ਅਰਜਨ ਸਾਹਿਬ ਜੀ ਨੇ ਆਖਿਆ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਉਹ ਗੁਰੂ ਨਾਨਕ ਸਾਹਿਬ ਜੀ ਦੇ 6ਵੇਂ ਜਾਮੇ, 6ਵੇਂ ਸਰੂਪ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਜਿਨ੍ਹਾਂ ਦਾ ਹਾੜ ਦੇ ਮਹੀਨੇ ਆਉਣਾ ਹੁੰਦਾ ਹੈ। ਹੇ ਸੱਚੇ ਪਾਤਸ਼ਾਹ ਕਿਰਪਾ ਕਰੋ। ਗੁਰ ਬਿਨ ਡੁੱਬਦੀ ਜਾਵੇ ਦੁਨੀਆ, ਗੁਰ ਬਿਨ ਡੁੱਬਦੀ ਜਾਂਦੀ ਹੈ। ਗੁਰ ਬਿਨ ਡੁੱਬਦੀ ਜਾਵੇ ਦੁਨੀਆ, ਗੁਰ ਬਿਨ ਡੁੱਬਦੀ ਜਾਂਦੀ ਹੈ।
ਸਾਧ ਸੰਗਤ ਜੀ ਗੁਰੂ ਬਿਨ ਮੁਕਤ ਨਾ ਪਾਵੇ। ਪੂਰੇ ਸਤਿਗੁਰੂ ਤੋਂ ਬਿਨਾਂ ਕੋਈ ਮੁਕਤੀ ਨਹੀਂ, ਕੋਈ ਸਿੱਧੀ ਨਹੀਂ, ਕੋਈ ਹਨੇਰੇ ਨੂੰ ਕੱਟ ਨਹੀਂ ਸਕਦਾ, ਅਗਿਆਨਤਾ ਦੇ ਹਨੇਰੇ। ਉਸ ਵੇਲੇ ਸਾਧ ਸੰਗਤ ਜੀ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ 10 ਜਾਮੇ ਆਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਨੇ, ਤੇ ਸਤਿਗੁਰਾਂ ਦੇ ਘਰ ਕੋਈ ਸਾਹਿਬਜ਼ਾਦਾ ਨਹੀਂ ਸੀ ਸਾਧ ਸੰਗਤ ਜੀ। ਤੇ ਮਹਾਰਾਜ ਸਾਹਿਬ ਦਾ ਜਿਹੜਾ ਵੱਡਾ ਭਰਾ ਹੈ ਬਾਬਾ ਪ੍ਰਿਥੀ ਚੰਦ, ਇਹ ਸਾਧ ਸੰਗਤ ਜੀ ਇਹਦੇ ਘਰੇ ਪੁੱਤਰ ਸੀ ਮਿਹਰਬਾਨ। ਸਤਿਗੁਰੂ ਬਹੁਤ ਪ੍ਰੇਮ ਕਰਦੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਤੇ ਇਹਦੇ ਮਨ ਨੂੰ ਇਹ ਲਾਲਚ ਸੀ ਵੀ ਮੈਂ ਜੇ ਗੁਰਤਾ ਗੱਦੀ ਤੇ ਨਹੀਂ ਬੈਠਾ, ਸਤਿਗੁਰੂ ਮੇਰੇ ਪੁੱਤਰ ਨੂੰ ਪ੍ਰੇਮ ਕਰਦੇ ਐ ਮਿਹਰਬਾਨ ਨੂੰ, ਤੇ ਉਹ ਬਹਿ ਜਾਏਗਾ। ਬੜਾ ਹੀ ਖੁਸ਼ ਸੀ। ਇੱਕ ਦਿਨ ਸਾਧ ਸੰਗਤ ਜੀ ਕੀ ਹੋਇਆ, ਜਦੋਂ ਗੁਰਬਿਲਾਸ ਪਾਤਸ਼ਾਹੀ 6ਵੀਂ ਇਤਿਹਾਸ ਪੜ੍ਹਦੇ ਆ ਤੇ ਜਾਂ ਸੂਰਜ ਪ੍ਰਕਾਸ਼ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ, ਕਹਿੰਦੇ ਜਦੋਂ ਮਾਤਾ ਗੰਗਾ ਜੀ ਇੱਕ ਦਿਨ ਨਾ ਜਦੋਂ ਵਿਆਹ ਹੋਇਆ ਸੀ ਮਾਤਾ ਗੰਗਾ ਜੀ ਦਾ ਸਤਿਗੁਰਾਂ ਜੀ ਦੇ ਨਾਲ, 6ਵੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ, ਉਸ ਵੇਲੇ ਮਾਤਾ ਜੀ ਨੂੰ ਬੜੇ ਰੇਸ਼ਮੀ ਬਸਤਰ, ਬੜੇ ਸੁੰਦਰ ਗਹਿਣੇ, ਬਹੁਤ ਸਾਰੀ ਮਾਇਆ ਤੇ ਵਿਭੂਖਣ ਰੇਸ਼ਮੀ ਬਸਤਰ ਦੇਣੇ ਕਿ ਜਿਹੜੇ ਜਰੀਆਂ ਨਾਲ ਜੜੇ ਹੋਏ ਸੀ। ਤੇ ਜਦੋਂ ਮਾਤਾ ਜੀ ਨੇ ਇੱਕ ਦਿਨ ਕੀ ਕੀਤਾ, ਧੁੱਪੇ ਆਮ ਆਪਾਂ ਵੇਖਦੇ ਹਾਂ ਕੱਪੜਿਆਂ ਨੂੰ ਕਹਿੰਦੇ ਨੇ ਨਾ ਹਵਾ ਲਵਾ ਲਓ ਜੀ, ਸੁਕਾ ਲਓ। ਮਾਤਾ ਗੰਗਾ ਜੀ ਦਾਸੀਆਂ ਦੇ ਨਾਲ ਇਉਂ ਜਿਹੜੇ ਉਹ ਬਸਤਰ ਸੀ ਨਾ ਸਾਰੇ, ਧੁੱਪ ਉਹਨੂੰ ਲਵਾ ਰਹੇ ਨੇ ਹਵਾ। ਜਿਹੜੀ ਬਾਬਾ ਪ੍ਰਿਥੀ ਚੰਦ ਦੀ ਘਰ ਵਾਲੀ ਸੀ ਨਾ, ਕਰਮੋਂ ਉਹਦਾ ਨਾਮ ਸੀ। ਬਾਬਾ ਪ੍ਰਿਥੀ ਚੰਦ ਜੀ ਵੱਡੇ ਐ, ਧੰਨ ਗੁਰੂ ਰਾਮਦਾਸ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਸੀ। ਬਾਬਾ ਪ੍ਰਿਥੀ ਚੰਦ ਦੀ ਘਰ ਵਾਲੀ ਜਿਹੜੀ ਬੀਬੀ ਕਰਮੋਂ ਹੈ ਨਾ, ਉਹਨਾਂ ਨੇ ਮਾਤਾ ਜੀ ਨੂੰ ਵੇਖ ਲਿਆ। ਮਾਤਾ ਜੀ ਬਸਤਰ ਨੂੰ ਹਵਾ ਬਾਹਰ ਧੁੱਪੇ ਪਾ ਰਹੇ ਐ, ਸਾਂਭ ਸੰਭਾਲ ਕਰ ਰਹੇ ਨੇ ਬਸਤਰਾਂ ਦੀ। ਉਹ ਕਰਮੋਂ ਨੇ ਕਿਤੇ ਸਾਧ ਸੰਗਤ ਜੀ ਆਪਣੀ ਦਾਸੀ ਨੂੰ ਕਿਹਾ, ਲੈ ਐਵੇਂ ਬਸਤਰ ਸੁੱਕੇ ਪਾਉਣੇ ਪਾ ਰਹੀ ਐ, ਇਹਦੇ ਘੜੇ ਕਿਹੜਾ ਪੁੱਤਰ ਹੋਣਾ ਏ, ਕਿਸੇ ਕੰਮ ਨਹੀਂ ਆਉਣੇ ਬਸਤਰ, ਕਿਸੇ ਕੰਮ। ਇਉਂ ਜਦੋਂ ਦਾਸੀ ਨੂੰ ਆਖਿਆ ਨਾ, ਉਹ ਜਿਹੜੀ ਦਾਸੀ ਸੀ ਉੱਥੇ ਕੰਮ ਕਰਦੀ ਸੀ ਬਾਬਾ ਪ੍ਰਿਥੀ ਚੰਦ ਦੇ ਘਰੇ, ਉਹ ਸਰਧਾਵਾਨ ਸੀ, ਭਾਵਨਾ ਰੱਖਣ ਵਾਲੀ ਸੀ। ਦੇਖੋ ਸਾਧ ਸੰਗਤ ਜੀ ਹਰੇਕ ਤਰ੍ਹਾਂ ਦੇ ਲੋਕ ਨਹੀਂ ਹੁੰਦੇ, ਇੱਥੇ ਹਰ ਤਰ੍ਹਾਂ ਦੇ ਲੋਕ ਹੈ, ਹਰ ਇੱਕ ਦੀ ਬਿਰਤੀ ਹਰੇਕ ਤਰ੍ਹਾਂ ਦੀ ਨਹੀਂ ਹੋਏਗੀ। ਕੋਈ ਈਰਖਾਵਾਦੀ ਹੈ, ਅੰਦਰੋਂ ਬਖੀਲੀ ਹੈ, ਨਿੰਦਿਆ ਚੁਗਲੀ ਵਾਲਾ ਹੈ, ਕੋਈ ਸ਼ਰਧਾਵਾਨ ਹੋਵੇਗਾ, ਪ੍ਰੇਮ ਭਾਵਨਾ ਕਰਨ ਵਾਲਾ, ਸਾਰਿਆਂ ਦੇ ਨਾਲ, ਸਾਰਿਆਂ ਤੇ ਦਇਆ ਕਰਨ ਵਾਲਾ, ਸਾਰਿਆਂ ਦੇ ਵਿੱਚ ਵਾਹਿਗੁਰੂ ਦੀ ਜੋਤ ਜਾਣਨ ਵਾਲਾ ਹੋਵੇਗਾ, ਕੋਈ ਵਿਰਲਾ। ਤੇ ਸਾਧ ਸੰਗਤ ਜੀ ਇੱਕ ਦਿਨ ਦਾਸੀ ਨਾ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਆਈ, ਗੁਰੂ ਅਰਜਨ ਦੇਵ ਮਹਾਰਾਜ ਦੇ। ਗੁਰੂ ਅਰਜਨ ਦੇਵ ਜੀ ਗੁਰਤਾ ਗੱਦੀ ਤੇ ਸੁਭਾਏਮਾਨ ਨੇ, 5ਵੇਂ ਪਾਤਸ਼ਾਹ। ਉਸ ਵੇਲੇ ਸਾਧ ਸੰਗਤ ਜੀ ਕਿਤੇ ਕੁਦਰਤੀ ਦਾਸੀ ਮਿਲੀ ਹੈ ਮਾਤਾ ਜੀ ਨੂੰ, ਮਾਤਾ ਗੰਗਾ ਜੀ ਨੂੰ। ਜਦੋਂ ਮਾਤਾ ਗੰਗਾ ਜੀ ਨੂੰ ਮਿਲੀ ਹੈ ਨਾ ਦਾਸੀ, ਇਹਨੇ ਦਾਸੀ ਨੇ ਕਿਤੇ ਕਿਹਾ, ਹੈ ਮਾਤਾ ਜੀ, ਉਹ ਜਿਹੜੀ ਕਰਮੋਂ ਹੈ ਨਾ, ਉਹ ਆਪ ਜੀ ਨੂੰ ਇਦਾਂ ਕਬੋਲ ਬੋਲ ਰਹੀ ਸੀ, ਹੈ ਮਾਤਾ ਜੀ, ਆਪ ਜੀ ਤਾਂ ਸਤਿਕਾਰਯੋਗ ਹੋ, ਸਤਿਗੁਰਾਂ ਦੇ ਮਹਿਲ ਹੋ, ਜਗਤ ਦੇ ਮਾਤਾ ਜੀ ਉਹ ਆਪ ਜੀ ਤਾਂ। ਪਰ ਵੇਖੋ ਬਾਬਾ ਪ੍ਰਿਥੀ ਚੰਦ ਦੀ ਭਰਾ ਹੋਣ ਦੇ ਨਾਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ
ਅੰਦਰੋਂ ਈਰਖਾ ਕਰਦੇ ਨੇ ਸਾਰਾ ਪਰਿਵਾਰ। ਧਿਆਨ ਦੇ ਨਾਲ ਸਰਵਣ ਕਰਿਓ ਇਤਿਹਾਸ ਸਾਧ ਸੰਗਤ ਜੀ। ਉਹ ਦਾਸੀ ਕਹਿਣ ਲੱਗੀ, ਹੈ ਮਾਤਾ ਜੀ, ਆਪ ਜੀ ਤਾਂ ਮਿਹਰਬਾਨ ਨੂੰ ਕਿੰਨਾ ਪ੍ਰੇਮ ਕਰਦੇ ਹੋ, ਭਾਵ ਕੇ ਬਾਬਾ ਪ੍ਰਿਥੀ ਚੰਦ ਦੇ ਬੇਟੇ ਨੂੰ। ਪਰ ਵੇਖੋ ਉਹ ਬਾਬਾ ਪ੍ਰਿਥੀ ਚੰਦ ਦੀ ਘਰਵਾਲੀ ਕਰਮੋਂ ਕਹਿੰਦੀ ਏ, ਇਹ ਤੇ ਬਿਨਾਂ ਔਲਾਦੋਂ ਹੀ ਦੁਨੀਆ ਤੋਂ ਜਾਣਗੇ, ਔਲਾਦ ਨਹੀਂ ਹੋਵੇਗੀ ਇਹਨਾਂ ਦੇ ਘਰ। ਸਾਧ ਸੰਗਤ ਜੀ, ਇਸੇ ਕਰਕੇ ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਮਾਝ ਦੀ ਵਾਰ ਵਿੱਚ ਬਚਨ ਕੀਤਾ, ਗੰਢ ਪਵੇ ਸੰਸਾਰ ਪੁੱਤਰੀ ਗੰਢ ਪਵੇ, ਗੰਢ ਪਵੇ ਸੰਸਾਰ ਪੁੱਤਰੀ ਗੰਢ ਪਵੇ, ਪੁੱਤਰੀ ਗੰਢ ਪਵੇ, ਗੰਢ ਪਵੇ ਸੰਸਾਰ ਪੁੱਤਰੀ, ਗੰਢ ਪਵੇ ਸੰਸਾਰ ਪੁੱਤਰੀ ਗੰਢ ਪਵੇ, ਗੰਢ ਪਵੇ ਸੰਸਾਰ ਪੁੱਤਰੀ ਗੰਢ ਪਵੇ, ਗੰਢ ਪਵੇ ਸੰਸਾਰ ਪੁੱਤਰੀ ਗੰਢ ਪਵੇ ਸੰਸਾਰ, ਹਾਂ ਗੰਢ ਪਵੇ ਸੰਸਾਰ। ਸਤਿਗੁਰੂ ਨਾਨਕ ਦੇ ਮਹਾਰਾਜ ਦੇ ਵਚਨ ਨੇ ਮਾਝ ਦੀ ਵਾਰ ਵਿੱਚ ਮਹਾਰਾਜ ਕਹਿੰਦੇ, ਗੋਰੀ ਸੇਤੀ ਟੁੱਟੇ ਪਧਾਰ। ਤੇ ਸਤਿਗੁਰੂ ਮਹਾਰਾਜ ਕਹਿੰਦੇ, ਪੁੱਤਰੀ ਗੰਢ ਪਵੇ ਸੰਸਾਰ, ਪੁੱਤਰਾਂ ਦੇ ਨਾਲ ਹੀ ਗੰਢ ਹੈ ਸੰਸਾਰ ਵਿੱਚ। ਪਰ ਇੱਕ ਗੱਲ ਦਾ ਧਿਆਨ ਰੱਖਿਓ, ਉਹ ਮਾਂ ਨੂੰ ਮਹਾਰਾਜ ਕਹਿੰਦੇ ਜੇ ਪੁੱਤ ਪੈਦਾ ਕਰੇ ਤਾਂ ਭਗਤ, ਕੋਈ ਬ੍ਰਹਮ ਗਿਆਨੀ ਆਤਮਿਕ ਗਿਆਨੀ ਸੂਰਮਾ ਦਾਨੀ ਪੈਦਾ ਕਰੇ। ਤੇ ਨੀ ਕਬੀਰ ਸਾਹਿਬ ਨੇ ਆਖਿਆ ਗੌੜੀ ਰਾਗ 'ਚ, ਜਹ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਭਈ ਮਹਤਾਰੀ। ਜਿਹੜੀ ਮਾਂ ਨੇ ਗਿਆਨਵਾਨ ਪੁੱਤਰ ਨਹੀਂ ਨਾ ਪੈਦਾ ਕੀਤਾ, ਮੇਰੇ ਗੁਰੂਦੇਵ ਗੁਰੂ ਗ੍ਰੰਥ ਸਾਹਿਬ ਕਹਿੰਦੇ ਵਿਧਵਾ ਹੋ ਜਾਵੇ ਉਹ ਮਾਂ। ਵਿਧਵਾ ਕਿਉਂ ਨਹੀਂ ਹੋ ਗਈ ਉਹ ਮਾਂ, ਰੰਡੀ ਕਿਉਂ ਨਾ ਹੋ ਗਈ ਜਿਹਨੇ ਗਿਆਨਵਾਨ ਪੁੱਤਰ ਨਹੀਂ ਪੈਦਾ ਕੀਤਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਏ, ਤੇ ਜਿਨ ਹਰ ਹਿਰਦੇ ਨਾਮ ਨਾ ਬਸਿਓ, ਤਿਨ ਮਾਤ ਕੀਜੇ ਹਰ ਬਾਂਝ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹਦੀ ਮਾਂ ਨੂੰ ਬਾਂਝ ਰੱਖਦਾ ਵਾਹਿਗੁਰੂ ਜੀ ਦੇ ਹਿਰਦੇ 'ਚ ਨਾਮ ਨਹੀਂ ਵਸਿਆ। ਇਹ ਸਾਨੂੰ ਲਾਹਨਤਾਂ ਪਾਉਂਦੇ ਜਿਹੜੇ ਨਾਮ ਨਹੀਂ ਜਪਦੇ, ਬਾਣੀ ਨਹੀਂ ਪੜ੍ਹਦੇ। ਤੇ ਜਿਹੜੇ ਪੜ੍ਹਦੇ ਐ ਤੇ ਉਹਨਾਂ ਵਾਸਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਤਿੰਨ ਧਨ ਜਣੀ ਦੀ ਮਾਓ ਹਾਏ ਸਫਲ ਸੇ। ਉਹਦੀ ਮਾਂ ਵੀ ਧਨ ਹੈ, ਤੇ ਜਿਹਨੇ ਆਪਣੀ ਕੁੱਖੋਂ ਭਗਤ ਨੂੰ, ਸੰਤ ਨੂੰ, ਬ੍ਰਹਮ ਗਿਆਨੀ ਨੂੰ, ਮਹਾਤਮਾ ਨੂੰ ਜਨਮ ਦਿੱਤਾ ਹੈ। ਗੁਰਬਾਣੀ ਦੇ ਬਚਨ ਨੇ ਸਾਰੇ। ਤੋ ਸਾਧ ਸੰਗਤ ਜੀ, ਉਹ ਜਿਹੜੀ ਦਾਸੀ ਸੀ ਨਾ ਬਾਬਾ ਪ੍ਰਿਥੀ ਚੰਦ ਦੀ ਨੌਕਰਾਣੀ, ਮਾਤਾ ਗੰਗਾ ਜੀ ਨੂੰ ਕਹਿੰਦੇ, ਮਾਤਾ ਜੀ ਇਉਂ ਬਾਬਾ ਪ੍ਰਿਥੀ ਚੰਦ ਤੇ ਉਹਦੀ ਘਰਵਾਲੀ ਕਰਮੋਂ ਕਹਿੰਦੀ ਏ, ਇਹ ਤੇ ਬੇਔਲਾਦ ਜਾਣਗੇ ਦੁਨੀਆ ਤੋਂ, ਬੇਔਲਾਦ। ਉਸ ਵੇਲੇ ਮਾਤਾ ਗੰਗਾ ਜੀ ਨੇ ਜੋ ਦਾਸੀ ਦੇ ਮੂੰਹੋਂ ਬਚਨ ਸੁਣੇ, ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰੂ ਜੀ ਸ਼ਾਮਾਂ ਦੇ ਵੇਲੇ ਆਪਣੇ ਮਹਿਲਾਂ ਵਿੱਚ ਆਏ। ਜਦੋਂ ਸ਼ਾਮਾਂ ਵੇਲੇ ਆਪਣੇ ਮਹਿਲਾਂ ਵਿੱਚ ਆਏ, ਉਸ ਵੇਲੇ ਸਤਿਗੁਰਾਂ ਜੀ ਨੂੰ ਬੇਨਤੀ ਕੀਤੀ, ਹੈ ਸੁਆਮੀ ਜੀ ਕਿਰਪਾ ਕਰੋ ਆਪ ਜੀ। ਮਹਾਰਾਜ ਆਪ ਜੀ ਸਾਰੀ ਸੰਗਤਾਂ ਨੂੰ ਦਾਤਾਂ ਦਿੰਦੇ ਹੋ, ਸਾਰਿਆਂ ਦੀਆਂ ਅਰਦਾਸਾਂ ਪੂਰੀਆਂ ਕਰਨ ਵਾਲੇ ਹੋ। ਜੋ ਮੰਗਿਆ ਮਹਾਰਾਜ ਤੁਹਾਡੇ ਤੋਂ ਕੋਈ ਖਾਲੀ ਨਹੀਂ ਮੁੜਿਆ। ਸਭ ਦੀਆਂ ਝੋਲੀਆਂ ਨਾਮ ਦੀਆਂ ਦਾਤਾਂ, ਇੱਥੋਂ ਤੱਕ ਬ੍ਰਹਮ ਗਿਆਨ ਦੀਆਂ ਦਾਤਾਂ ਵੀ ਆਪ ਜੀ ਦਿੰਦੇ ਹੋ। ਤੇ ਮਹਾਰਾਜ ਕਿਰਪਾ ਕਰੋ। ਸੱਚੇ ਪਾਤਸ਼ਾਹ ਜੀ, ਮੈਂ ਸਾਹਿਬਜ਼ਾਦੇ ਦਾ ਮੁਖ ਵੇਖਣਾ ਚਾਹੁੰਦੀ ਹਾਂ। ਸਤਿਕਾਰਯੋਗ ਮਾਤਾ ਗੰਗਾ ਜੀ ਨੇ ਇਹ ਬਚਨ ਕੀਤੇ। ਇਹ ਬਚਨ
ਤੇ ਭੱਟਾਂ ਦੀ ਬਾਣੀ ਕੀ ਕਹਿੰਦੀ ਏ, ਧਰਨ ਗਗਨ ਨਵ ਖੰਡ ਮਹਿ ਜੋਤ ਸਵੈ ਰੂਪੀ ਰਹਿਓ ਭਰ, ਭਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਹਰੀ ਵਾਹਿਗੁਰੂ ਨੇ। ਸਤਿਕਾਰਯੋਗ ਮਾਤਾ ਧੰਨ ਮਾਤਾ ਗੰਗਾ ਜੀ ਨੇ ਜਦੋਂ ਇਉਂ ਬਚਨ ਕੀਤੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਹੱਸ ਕੇ ਕਹਿਣ ਲੱਗੇ, ਗੰਗਾ ਅਸੀਂ ਹੁਣ ਇਹ ਕੁੰਜੀ ਨਾ ਆਪਣਿਆਂ ਸੰਤਾਂ ਨੂੰ ਦੇਤੀ ਹੈ। ਭਾਵ ਕਿ ਬਾਬਾ ਬੁੱਢਾ ਜੀ ਵਰਗੇ ਬ੍ਰਹਮ ਗਿਆਨੀ ਮਹਾਤਮਾ ਇੱਕ ਗੱਲ ਦਾ ਖਿਆਲ ਰੱਖਿਓ, ਹਰ ਆਪਣੀ ਵਡਿਆਈ ਭਾਵ ਦੀ ਜਾਣਕਾ ਜੈਕਾਰ ਕਰਾਈ। ਗੁਰੂ ਸਾਹਿਬ ਨੂੰ ਜੇ ਆਪਣੀ ਵਡਿਆਈ ਚੰਗੀ ਲੱਗਦੀ ਹੈ ਨਾ, ਉਹ ਆਪਣੇ ਭਗਤਾਂ ਦੀ ਵਡਿਆਈ ਕਰਾ ਦਿੰਦਾ ਹੈ। ਤੇ ਕੱਲ ਮੱਧ ਦਾ ਭੋਗ ਸੀ ਨਾ, ਮੱਧ ਲੱਗਿਆ ਸੀ ਕੱਲ ਖੰਡ ਪਾਠ ਸਾਹਿਬ ਵੇਲੇ ਲੱਗਦਾ ਹੈ। ਸੋਰਠ ਰਾਗ ਵਿੱਚ ਮਹਾਰਾਜ ਬਚਨ ਕਰਦੇ ਹੈ, ਅੰਮ੍ਰਿਤ ਵੇਲੇ ਬਾਣੀ ਪੜ੍ਹੀ ਜਾਂਦੀ ਹੈ ਸੋਰਠ ਰਾਗ। ਤੇ ਸਤਿਗੁਰੂ ਕਹਿੰਦੇ ਹਰ ਆਪਣੀ ਵਡਿਆਈ ਭਾਵ ਦੀ, ਜੇ ਹਰੀ ਨੂੰ ਆਪਣੀ ਵਡਿਆਈ ਚੰਗੀ ਲੱਗਦੀ ਹੈ ਜਨ ਕਾ ਜੈਕਾਰ ਕਰਾਈ। ਆਪਣੇ ਪਿਆਰਿਆਂ ਦੀ ਜੈ ਜੈਕਾਰ ਕਰਾ ਦਿੰਦੇ ਆ ਗੁਰੂ ਸਾਹਿਬ। ਤੇ ਮਹਾਰਾਜ ਸਤਿਗੁਰੂ ਕਹਿਣ ਲੱਗੇ, ਹੇ ਗੰਗਾ ਸਾਹਿਬਜ਼ਾਦੇ ਦਾ ਜੇ ਤੂੰ ਮੁਖ ਵੇਖਣਾ ਹੈ ਤੇ ਇਹ ਅਸੀਂ ਜਿਹੜੀ ਕੁੰਜੀ ਹੈ ਉਹ ਰੱਬ ਦੇ ਪਿਆਰੇ ਬਾਬਾ ਬੁੱਢਾ ਸਾਹਿਬ ਜੀ ਨੂੰ ਦਿੱਤੀ ਹੈ। ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੁੰਜੀ। ਤੇ ਸਾਧ ਸੰਗਤ ਜੀ ਰੱਬ ਦੇ ਪਿਆਰੇ ਕੌਣ ਨੇ, ਉਹ ਮਹਾਰਾਜ ਦੱਸਦੇ ਐ ਸੱਚੇ ਪਾਤਸ਼ਾਹ ਜੀ। ਜਿਨ ਕੈ ਬਸਿਓ ਜਿਨ ਕੈ ਹੀਰੇ ਬਸਿਓ ਮੇਰਾ ਹਰ ਹਰ ਤੇ ਸੰਤ ਭਲੇ ਪਲ ਭਾਂਤ। ਜਿਨ੍ਹਾਂ ਦੇ ਹਿਰਦੇ ਵਿੱਚ ਮਹਾਰਾਜ ਦੇ ਨਾਮ ਦਾ ਵਾਸਾ ਹੈ ਨਾ, ਉਹ ਰੱਬ ਦੇ ਪਿਆਰੇ ਹੈ। ਸਾਧ ਸੰਗਤ ਜੀ ਮੱਥੇ ਤੇ ਨਹੀਂ ਲਿਖਿਆ ਹੁੰਦਾ ਬ੍ਰਹਮ ਗਿਆਨੀ ਹੈ, ਇਹ ਆਤਮਿਕ ਗਿਆਨੀ ਹੈ। ਉਹਦਿਆਂ ਬਚਨਾਂ ਤੋਂ, ਉਹਦੀ ਕਰਨੀ ਤੋਂ, ਭਾਈ ਗੁਰਦਾਸ ਜੀ ਜਿਵੇਂ ਆਖੇ ਕਰਨੀ ਪ੍ਰਧਾਨ ਹੈ। ਸਾਧ ਸੰਗਤ ਜੀ ਉਹਦੀ ਕਰਨੀ ਤੋਂ ਪਤਾ ਲੱਗੂਗਾ ਇਹ ਕੋਈ ਗਿਆਨੀ ਹੈ, ਇਹ ਆਤਮਿਕ ਗਿਆਨੀ ਹੈ, ਬ੍ਰਹਮ ਗਿਆਨੀ, ਕੋਈ ਮਹਾਤਮਾ ਹੈ। ਬਾਹਰਲੀ ਖੇਡ ਨਹੀਂ ਹੈ ਸੰਤ, ਅੰਦਰ ਦੀ ਖੇਡ ਹੈ ਸਾਧ ਸੰਗਤ ਜੀ। ਸੰਤ ਹੋਣਾ ਆਪਣੀ ਇੰਦਰੀਆਂ ਨੂੰ ਦਮਨ ਕਰ ਲੈਣਾ, ਸਮਦਮ ਸ਼ਰਧਾ ਜਾਨੀਏ, ਸਮਾਧਾਨ ਉਪਰਾਮ ਛੱਟੀ ਤਿਤਿਕਸ਼ਾ ਜਾਨੀਏ, ਜੇ ਛੇ ਪੂਰੇ ਨਾਮ। ਖੱਟ ਲੱਖਣ ਜੇ ਉਹਦੇ ਚ ਆ ਜਾਣ ਨਾ, ਉਹ ਸੰਤ ਬਣ ਜਾਊਗਾ। ਜਿਹਦੇ 6 ਲੱਛਣ ਆ ਜਾਣ ਤੇ ਉਹ ਭੇਦ ਨਹੀਂ ਦੱਸਦਾ ਹੁੰਦਾ ਰੱਬ ਦਾ ਪਿਆਰ। ਜਿਵੇਂ ਮਹਾਰਾਜ ਬਾਬਾ ਫਰੀਦ ਸਾਹਿਬ ਜੀ ਨੇ ਅੱਜ ਸਾਧ ਸੰਗਤ ਜੀ ਆਪ ਜੀ ਨੇ ਸ਼ਲੋਕ ਸਰਵਣ ਕੀਤੇ ਹੋਣਗੇ। ਬਾਬਾ ਫਰੀਦ ਸਾਹਿਬ ਜੀ ਮਹਾਰਾਜ ਕਹਿੰਦੇ, ਸਬਰ ਅੰਦਰ ਸਾਬੜੀ ਤਨ ਏਵੇ ਜਾਲੇਨ, ਹੋੜਨ ਜੀ ਕੋ ਖੁਦਾਏ ਦੇ ਭੇਦ ਨਾ ਕਿਸੇ ਦੇ। ਸਾਧ ਸੰਗਤ ਜੀ ਮਹਾਰਾਜ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਸੰਤਾਂ ਦੇ ਹੱਥ ਕੁੰਜੀ ਰੱਖੀ ਹੋਈ ਹੈ। ਮਾਤਾ ਗੰਗਾ ਜੀ ਨੇ ਪੁੱਛਿਆ, ਹੈ ਸੁਆਮੀ ਜੀ ਮਹਾਰਾਜ ਜੀ, ਇਹ ਨਿਰੰਕਾਰ ਸਤਿਗੁਰੂ ਜੀ ਕੌਣ ਨੇ ਉਹ ਸੰਤ? ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਤੋਂ ਵਰੋਸਾਏ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ, ਉਹਨਾਂ ਕੋਲ ਕੁੰਜੀ ਹੈ। ਤੇ ਸਾਧ ਸੰਗਤ ਜੀ ਉਹਨਾਂ ਬਾਰੇ ਬਾਬਾ ਫਰੀਦ ਸਾਹਿਬ ਜੀ ਬਚਨ ਕਰਦੇ ਹੈ, ਸਾਧੂ ਭੇਤ ਨਾ ਕਿਸੇ ਨੂੰ ਦੱਸਦੇ, ਉਹਨਾਂ ਜੀ ਰੱਬ ਦੇ ਸਾਧੂ ਭੇਤ ਨਾ ਕਿਸੇ ਨੂੰ ਦੱਸਦੇ, ਉਹਨਾਂ ਜੀ ਰੱਬ ਦੇ
ਦੇ ਨਜ਼ੀਕ ਵਾਸੁਦੇ ਸਾਧੂ ਭੇਦ ਨਾ ਕਿਸੇ ਨੂੰ। ਰੱਬ ਦੇ ਨਜ਼ੀਕ ਵਾਸੁਦੇ ਸਾਧੂ ਭੇਦ ਨਾ ਕਿਸੇ ਨੂੰ ਦੱਸਦੇ। ਰੱਬ ਦੇ ਪਿਆਰੇ ਜੀ ਰੱਬ ਦੇ ਨਜ਼ੀਕ ਵਾਸੁਦੇ ਪਿਆਰਿਓ। ਰੱਬ ਦੇ ਨਜ਼ੀਕ ਵਾਸੁਦੇ ਪਿਆਰੇ ਜੀ। ਰੱਬ ਦੇ ਨਜ਼ੀਕ ਰੱਬ ਦੇ ਨਜ਼ੀਕ ਵਾਸੁਦੇ ਸਾਧੂ ਭੇਦ ਨਾ ਕਿਸੇ ਨੂੰ ਦੱਸਦੇ। ਭੇਦ ਨਾ ਕਿਸੇ ਨੂੰ ਦੱਸਦੇ। ਸਾਧੂ ਭੇਦ ਨਾ ਕਿਸੇ ਸਾਧੂ ਭੇਦ ਨਾ ਕਿਸੇ ਨੂੰ ਦੱਸਦੇ। ਰੱਬ ਦੇ ਸਾਧੂ ਭੇਦ ਨਾ ਕਿਸੇ ਨੂੰ ਦੱਸਦੇ। ਸਾਧੂ ਭੇਦ ਨਾ ਰੱਬ ਦੇ ਨਜ਼ੀਕ ਵਾਸੁਦੇ ਰੱਬ ਦੇ ਨਜ਼ੀਕ ਸਬਰ ਅੰਦਰ ਸਾਬਰੀ ਤਨ ਵੇਦਾਰ ਹੋਣ ਨਜ਼ੀਕ ਖੁਦਾਏ ਦੇ ਵੇਦ ਨਾ ਕਿਸੇ। ਸਤਿਗੁਰੂ ਮਹਾਰਾਜ ਕਹਿੰਦੇ ਪੂਰਨ ਬ੍ਰਹਮ ਗਿਆਨੀ ਜਿਹੜਾ ਮਹਾਤਮਾ ਹੋਏਗਾ ਨਾ ਭੇਦ ਨਹੀਂ ਕਿਸੇ ਨੂੰ ਦੱਸੇਗਾ। ਕਿਉਂਕਿ ਕਹੋ ਕਬੀਰ ਛੂਛਾ ਘੱਟ ਬੋਲੇ ਭਰਿਆ ਹੋਵੇ ਸੋ ਕਬੂ ਨਾ ਡੋਲੇ। ਜਿਹੜੇ ਖਾਲੀ ਘੜੇ ਆਉਂਦੇ ਆ ਨਾ 20 ਜਣਿਆਂ ਅਸੀਂ ਜੀ ਨਿਤਨੇਮ ਕਰਦੇ ਆ, ਅਸੀਂ ਆਹ ਕਰਦੇ ਆ, ਅਸੀਂ ਫਲਾਨਾ ਕਰਦੇ ਆ, ਢਿਮਕਾ ਕਰਦੇ ਆ, ਉਹ ਖਾਲੀ ਹੈ ਅੰਦਰੋਂ। ਤੇ ਜਿਹੜੇ ਭਰੇ ਹੋਏ ਹੁੰਦੇ ਐ ਉਹ ਸਾਧ ਸੰਗਤ ਦੀ ਕਦੀ ਵੀ ਭਰਿਆ ਘੜਾ ਡੋਲੇਗਾ ਨਹੀਂ, ਖਾਲੀ ਘੜੀ ਡੋਲਦੇ ਐ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਗੰਗਾ ਉਹ ਮਹਾਤਮਾ ਜੀ ਬ੍ਰਹਮ ਗਿਆਨੀ ਨੇ ਬਾਬਾ ਬੁੱਢਾ ਸਾਹਿਬ ਜੀ, ਜਾਓ ਉਹਨਾਂ ਦੇ ਪਾਸੋਂ ਵਰ ਲੈ ਕੇ ਆਓ। ਸਤਿਗੁਰਾਂ ਜੀ ਨੇ ਬਾਬਾ ਬੁੱਢਾ ਜੀ ਨੂੰ ਇਹ ਮਾਣ ਬਖਸ਼ਿਆ। ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਤੋਂ ਵਰੋਸਾਏ ਮਹਾਂਪੁਰਖ ਸਤਿਗੁਰੂ ਨਾਨਕ ਸਾਹਿਬ ਤੋਂ ਲੈ ਕੇ 6ਵੇਂ ਪਾਤਸ਼ਾਹ ਤੱਕ ਜਿਨ੍ਹਾਂ ਨੇ ਸੇਵਾ ਕੀਤੀ ਸਰੀਰ ਕਰਕੇ, ਤੇ ਸਾਡੇ ਵੀ ਵੱਡੇ ਭਾਗ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਕਰਦੇ ਆ। ਉਹਨਾਂ ਦੇ ਸਭ ਤੋਂ ਮੰਦੇ ਭਾਗ ਹੈ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਸੇਵਾ ਕਰਨ ਦਾ ਸਮਾਂ ਹੀ ਨਹੀਂ ਪ੍ਰਾਪਤ ਹੁੰਦਾ। ਸਾਧ ਸੰਗਤ ਜੀ ਕਿਸੇ ਸਥਾਨ ਤੇ ਦੇਖੋ ਹਫ਼ਤੇ ਦੇ ਵਿੱਚ ਮਾਈਆਂ ਸੇਵਾ ਕਰਦੀਆਂ ਨੇ, ਜਾਂ ਅੰਮ੍ਰਿਤ ਵੇਲੇ ਸਵੇਰੇ ਨੌਜਵਾਨ ਸੇਵਾ ਕਰਨ ਆਉਂਦੇ ਹੈ, ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਅਕਾਲ ਪੁਰਖ ਵਾਹਿਗੁਰੂ ਗੁਰਤਾ ਗੱਦੀ ਪਰ ਸੁਭਾਏ ਮਾਣ ਨੇ। ਇਹਨਾਂ ਦੀ ਸੇਵਾ ਕਰਨੀ ਪ੍ਰਤੱਖ ਅਕਾਲ ਪੁਰਖ ਦੀ ਸੇਵਾ ਹੈ। ਬਾਬਾ ਆਨੰਦ ਸਿੰਘ ਜੀ ਮਹਾਰਾਜ ਨਾਨਕਸਰ ਕਲੇਰਾਂ ਵਾਲਿਆਂ ਦੇ ਬਚਨ ਨੇ। ਸਾਧ ਸੰਗਤ ਜੀ
ਬਾਬਾ ਆਨੰਦ ਸਿੰਘ ਜੀ ਮਹਾਰਾਜ ਨਾਨਕਸਰ ਕਲੇਰਾਂ ਵਾਲੇ, ਜਿਨ੍ਹਾਂ ਨੇ ਸਤਿਗੁਰਾਂ ਮਹਾਰਾਜ ਦੀ ਪ੍ਰਤੱਖ ਸਰੂਪ ਸਮਝ ਕੇ ਸੇਵਾ ਕੀਤੀ, ਤੇ ਇਸੇ ਹੀ ਸਰੂਪ ਵਿੱਚੋਂ ਸਤਿਗੁਰੂ ਨਾਨਕ ਸਾਹਿਬ ਦੇ ਦਰਸ਼ਨ ਉਹਨਾਂ ਨੂੰ ਪ੍ਰਾਪਤ ਹੋਏ। ਜੈਸਾ ਸੇਵੋ ਤੈਸੋ ਫਲ ਖਾਏ, ਗੁਰਬਾਣੀ ਦਾ ਬਚਨ ਹੈ। ਜਿਹੋ ਜੀ ਸੇਵਾ ਕਰੇਗਾ ਉਹਦੀ ਫਲ ਖਾਏਗਾ। ਤੋ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਨੇ ਇਉਂ ਬਚਨ ਕੀਤੇ ਹੈ। ਮਾਤਾ ਗੰਗਾ ਜੀ ਫਿਰ ਅੰਮ੍ਰਿਤ ਵੇਲੇ ਉੱਠ ਕੇ ਕੁਝ ਕੁ ਸਮਾਂ ਭਜਨ ਬੰਦਗੀ ਅਭਿਆਸ ਕਰਕੇ ਸਾਧ ਸੰਗਤ ਜੀ ਰੱਥਾਂ ਉੱਪਰ ਚੜ੍ਹ ਕੇ ਗਏ। ਰੱਥਾਂ ਉੱਪਰ ਚੜ੍ਹ ਕੇ ਤੇ ਜਦੋਂ ਸਾਰਾ ਭੋਜਨ ਪਾਣੀ ਤਿਆਰ ਕੀਤਾ, ਦਾਸ ਦਾਸੀਆਂ ਦੇ ਨਾਲ ਮਾਤਾ ਜੀ ਚੱਲੇ ਐ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਬਚਨ ਤੈਅ ਕੀਤੇ, ਬਾਬਾ ਬੁੱਢਾ ਜੀ ਕੋਲ ਚਲੇ ਜਾਓ ਵਰ ਲੈਣ ਵਾਸਤੇ। ਮਾਤਾ ਗੰਗਾ ਜੀ ਜਦੋਂ ਇਹ ਸਾਰੀ ਤਿਆਰੀ ਕਰਕੇ ਗਏ, ਪ੍ਰਸਾਦ ਸੰਗਤ ਜੀ, ਬਾਬਾ ਬੁੱਢਾ ਜੀ ਬਾਸਰ ਕੇ ਬੀੜ ਜਿਹੜਾ ਅਸਥਾਨ ਹੈ ਉੱਥੇ ਸੁਭਾਏਮਾਨ ਸੀ, ਵਿਰਾਜਮਾਨ ਸੀ। ਮਹਾਤਮਾ ਸਾਧੂਆਂ ਦੀ ਮੰਡਲੀ ਵਿੱਚ ਬਾਬਾ ਜੀ ਸੁਭਾਏਮਾਨ ਨੇ। ਉਸ ਵੇਲੇ ਸਾਧ ਸੰਗਤ ਜੀ ਕੱਚੇ ਰਸਤੇ ਹੁੰਦੇ ਸਨ। ਉਸ ਵੇਲੇ ਰੱਥਾਂ ਤੇ ਚੜ੍ਹ ਕੇ ਮਾਤਾ ਜੀ ਗਏ ਐ। ਧੂੜ ਜਦੋਂ ਉੱਡੀ ਹੈ ਸਾਧ ਸੰਗਤ ਜੀ ਰੱਥਾਂ ਦੇ ਨਾਲ, ਉਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਦੇ ਸੁਭਾਵ ਕੀ ਬਚਨ ਨਿਕਲਿਆ, ਇਹ ਕਿਹਨੂੰ ਭਾਜੜਾ ਪੈ ਗਈਆਂ, ਇਹ ਬਚਨ ਕੀਤੇ ਐ। ਉਸ ਵੇਲੇ ਸੇਵਾਦਾਰਾਂ ਨੇ ਦੱਸਿਆ, ਮਹਾਰਾਜ ਮਹਾਂਪੁਰਖੋਏ ਮਾਤਾ ਜੀ ਆਏ ਐ। ਸਾਧ ਸੰਗਤ ਜੀ, ਬਾਬਾ ਬੁੱਢਾ ਜੀ ਉੱਠ ਕੇ ਖੜੇ ਹੋ ਗਏ। ਭਾਵੇਂ ਕਿ ਬਜ਼ੁਰਗ ਅਵਸਥਾ ਵੱਡੇ ਐ, ਪਰ ਨਹੀਂ, ਮਾਤਾ ਜੀ ਨੇ ਗੁਰੂ ਅਰਜਨ ਸਾਹਿਬ ਜੀ ਦੇ ਮਹਿਲ ਨੇ ਘਰੋਂ ਐ। ਦੇਖੋ ਸਾਧ ਸੰਗਤ ਜੀ, ਅਹੁਦਾ ਜਿਹੜਾ ਅਹੁਦਾ ਹੁੰਦਾ ਨਾ ਉਹਨੂੰ ਮਾਣ ਹੁੰਦਾ ਹੈ। ਭਾਵੇਂ ਉਮਰ ਛੋਟੀ ਹੋਵੇ ਭਾਵੇਂ ਵਡੇਰੀ ਹੋਵੇ, ਗੱਲ ਅਹੁਦੇ ਦੀ ਹੈ। ਮਾਤਾ ਜੀ ਸਤਿਗੁਰਾਂ ਦੇ ਮਹਿਲ ਨੇ, ਘਰੋਂ ਐ ਗੁਰੂ ਅਰਜਨ ਸਾਹਿਬ ਜੀ ਦੇ। ਭਾਵੇਂ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਨੇ, ਪਰ ਜਗਤ ਮਾਤਾ ਜੀ ਹੈ, ਮਾਤਾ ਗੰਗਾ ਜੀ। ਉੱਠ ਕੇ ਖੜੇ ਹੋ ਗਏ, ਮਾਤਾ ਜੀ ਆਪ ਜੀ ਆਏ ਹੋ। ਉਸ ਵੇਲੇ ਭੋਜਨ ਪਾਣੀ ਛਕਿਆ ਮਾਤਾ ਜੀ, ਬਾਬਾ ਬੁੱਢਾ ਸਾਹਿਬ ਜੀ ਨੇ। ਮਾਤਾ ਜੀ ਨੇ ਭੋਜਨ ਪਾਣੀ ਛਕਾਇਆ, ਕੋਈ ਬਚਨ ਨਹੀਂ ਕੀਤਾ ਬਾਬਾ ਬੁੱਢਾ ਜੀ ਨੇ। ਮਾਤਾ ਜੀ ਜਿਉਂ ਦੇ ਤਿਉਂ ਹੀ ਆ ਗਏ। ਸਤਿਗੁਰੂ ਸਾਹਿਬ ਜੀ ਨੇ ਜਦੋਂ ਪੁੱਛਿਆ, ਹੇ ਗੰਗਾ ਤੁਸਾਂ ਗਏ ਸੀ? ਮਾਤਾ ਜੀ ਕਹਿਣ ਲੱਗੇ, ਸਵਾਮੀ ਜੀ ਆਪ ਜੀ ਦੇ ਬਚਨਾਂ ਅਨੁਸਾਰ, ਕਹੇ ਅਨੁਸਾਰ ਮੈਂ ਜਦੋਂ ਉਹਨਾਂ ਬਾਬਾ ਬੁੱਢਾ ਜੀ ਦੇ ਪਾਸ ਗਈ ਤੇ ਸਤਿਗੁਰੂ ਪੁੱਛਦੇ ਐ, ਬਾਬਾ ਜੀ ਨੇ ਕੋਈ ਬਚਨ ਕੀਤਾ? ਤੇ ਮਾਤਾ ਗੰਗਾ ਜੀ ਕਹਿੰਦੇ, ਸਵਾਮੀ ਜੀ ਮਹਾਰਾਜ ਜੀ ਕੋਈ ਬਚਨ ਨਹੀਂ ਕੀਤਾ, ਸਗੋਂ ਹੀ ਆਖਿਆ ਵੀ ਕੀ ਭਾਜਣਾ ਪੈ ਗਈਆਂ ਇਹਨਾਂ ਨੂੰ, ਇਹ ਬਚਨ ਕੀਤਾ। ਸਤਿਗੁਰੂ ਸਾਹਿਬ ਜੀ ਕਹਿਣ ਲੱਗੇ, ਗੰਗਾ ਗਏ ਕਿਵੇਂ ਸੀ ਤੁਸੀਂ? ਉਸ ਵੇਲੇ ਕਹਿਣ ਲੱਗੇ, ਮਾਤਾ ਜੀ ਹੈ ਸਤਿਗੁਰੂ ਜੀ, ਅਸੀਂ ਰੱਥਾਂ ਤੇ ਚੜ੍ਹ ਕੇ ਗਏ ਸੀ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਵੇਖੋ ਚਾਰ ਪਦਾਰਥ ਜੇ ਕੋਈ ਮੰਗੈ, ਸਾਧ ਜਨਾ ਕੀ ਸੇਵਾ ਲਾਗੈ। ਸਾਧ ਜਨਾ ਕੀ, ਜੇ ਸਾਧ ਹੋਵੇ ਮਨ ਨੂੰ ਸਾਧਿਆ ਹੋਇਆ, ਨਾਂ ਦਾ ਹੀ ਸਾਧ ਨਾ ਹੋਵੇ। ਜੇ ਕੋ ਆਪਣਾ ਦੁੱਖ ਮਟਾਵੇ, ਹਰ ਹਰ ਨਾਮ ਹਿਰਦੈ ਸਾਧ ਗਾਵੇ। ਜੇ ਕੋਈ ਆਪਣੀ ਸੋਭਾ ਲੋਰੈ, ਸਾਧ ਸੰਗੇ ਹਉਮੈ ਛੋਰੈ। ਹਉਮੈ ਨੂੰ ਛੱਡ ਦੇਵੇ, ਸਤ ਸੰਗਤ ਦੇ ਵਿੱਚ ਆ ਕੇ ਸੋਭਾ ਹੋ ਜਾਏਗੀ ਉਹਦੀ। ਜੇ ਕੋ ਜਨਮ ਮਰਨ ਤੇ ਡਰੈ, ਸਾਧ ਜਨਾ ਕੀ ਸ਼ਰਣੀ ਪਰੈ। ਸਤਿਗੁਰਾਂ ਮਾਣ ਬਖਸ਼ਾ, ਜਿਹੜਾ ਭਾਈ ਜਨਮ ਮਰਨ ਤੋਂ ਡਰਦਾ ਨਾ, ਸਾਧੂ ਦੀ ਚਰਣੀ ਚਲਿਆ ਜਾਏ। ਤੇ ਸੰਤ ਦੀ ਸੇਵਾ ਕੀ ਹੈ? ਸੰਤ ਕੀ ਸੇਵਾ ਹਰ ਨਾਮ ਧਿਆਈਐ। ਇਹੀ ਸੰਤ ਦੀ ਵੱਡੀ ਸੇਵਾ। ਜਿਵੇਂ ਉਹਨੇ ਨਾਮ ਨੂੰ ਧਿਆਇਆ, ਤੂੰ ਵੀ ਨਾਮ ਨੂੰ ਧਿਆ। ਫੇਰ ਤੂੰ ਕਹੇਗਾ ਮੈਂ ਸੰਤਾਂ ਦਾ ਸੰਗੀ ਹਾਂ। ਤੇ ਜੇ ਬਾਬਿਆਂ ਕੋਲ ਜਾ ਕੇ ਉੱਥੇ ਅੰਬ ਖਾ ਕੇ ਮੁੜਿਆ ਇਹ ਕਾਹਦਾ ਮਿਲਣਾ ਹੋਇਆ ਸਾਧ ਸੰਗਤ ਜੀ? ਵੀ ਵਧੀਆ ਮਾਂ ਬਾਬਿਆਂ ਕੋਲ ਜਾਵਾਂਗੇ, ਫਲ ਫੁੱਲ ਛਕਾਂਗੇ ਚੰਗੇ, ਇੱਕ ਨੰਬਰ ਮਠਿਆਈ ਆਉਂਦੀ ਆਖੇ ਦੇਸੀ ਘਿਓ ਦੀ। ਤੇ ਸਾਧ ਸੰਗਤ ਜੀ ਫਿਰ ਤੇ ਮਹਾਤਮਾ ਕੋਲ ਜਾਣ ਦਾ ਕੋਈ ਫਾਇਦਾ ਨਹੀਂ ਨਾ। ਆਮ ਤੇ ਸਾਧ ਸੰਗ ਇਹੀ ਪੁੱਛਣ ਜਾਂਦੇ, ਬਾਬਾ ਜੀ ਆਹ ਕੰਮ ਕਰੀਦਾ
ਤੇ ਕਿਰਪਾ ਕਰੋ ਬਰਕਤ ਪੈ ਜਾਏ। ਬਸ ਦੁਨਿਆਵੀ ਗੱਲਾਂ, ਕੋਈ ਪਰਮਾਰਥ ਗੱਲ ਨਹੀਂ ਹੈ, ਘੱਟ ਨੇ। ਆਤਮਿਕ ਗੱਲ ਕਰਨ ਵਾਲੇ ਘੱਟ ਨੇ। ਤੇ ਸਾਧ ਸੰਗਤ ਜੀ, ਉਸ ਵੇਲੇ ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਾਤਾ ਗੰਗਾ ਜੀ ਨੂੰ ਆਖਿਆ, ਤੁਸੀਂ ਜੇ ਜਾਣਾ ਤੇ ਨਿਮਰਤਾ ਭਾਵ ਧਾਰਨ ਕਰਕੇ ਜਾਣਾ, ਨਿਮਰਤਾ ਦੇ ਨਾਲ। ਤੇ ਕੀ ਨਿਮਰਤਾ? ਨਿਮਰਤਾ ਦਾ ਭਾਵ ਇਹ ਸੀ ਵੀ ਰੱਥਾਂ ਤੇ ਚੜ੍ਹ ਕੇ ਨਹੀਂ ਜਾਣਾ, ਵੱਡੇ ਹੋ ਕੇ ਨਹੀਂ ਜਾਣਾ। ਠੀਕ ਹੈ, ਤੁਸੀਂ ਉਹਨਾਂ ਦੇ ਮਾਤਾ ਜੀ ਲੱਗਦੇ ਹੋ, ਪਰ ਸਾਧੂਆਂ ਕੋਲ ਜਾਈਦਾ। ਕਬੀਰ ਸਾਧੂ ਕੋ ਮਿਲਣੇ ਜਾਈਏ, ਸਾਥ ਨਾ ਲੀਜੈ ਕੋਏ। ਐਵੇਂ ਨਹੀਂ ਕਬੀਰ ਸਾਹਿਬ ਜੀ ਨੇ ਆਖਿਆ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਬੀਰ ਸਾਹਿਬ ਦੀ ਬਾਣੀ ਨੂੰ ਪ੍ਰੈਕਟੀਕਲ ਕਰਕੇ ਵਿਖਾ ਰਹੇ। ਸਤਿਗੁਰੂ ਤਾਂ ਅੰਦਰ ਜਾਮੀਏ, ਸਤਿਗੁਰ ਕੀ ਮਹਿਮਾ ਸਤਿਗੁਰ ਜਾਣੇ, ਕਰਤੇ ਕੀਮਤ ਕਰਤਾ ਜਾਣੇ। ਆਪ ਗੁਰੂ ਸਾਹਿਬ ਆਪਣੇ ਭੇਦ ਨੂੰ ਆਪ ਹੀ ਜਾਣਦੇ ਹੈ। ਪਰ ਉਹ ਬਚਨ ਪੂਰਾ ਮਹਾਰਾਜ ਕਰ ਰਹੇ ਨੇ, ਕਬੀਰ ਸਾਧੂ ਕੋ ਮਿਲਣੇ ਜਾਈਏ, ਸਾਥ ਨਾ ਲੀਜੈ ਕੋਏ। ਪਾਛੈ ਪਾਉ ਨਾ ਦੀਜੀਏ, ਆਗੇ ਹੋਏ ਸੋ ਹੋਏ। ਅੱਗੇ ਨੂੰ ਹੀ ਜਾਣਾ ਚਾਹੀਦਾ, ਪਿੱਛੇ ਨੂੰ ਨਹੀਂ ਵੇਖਣਾ ਚਾਹੀਦਾ। ਸਾਧੂ ਨੂੰ ਮਿਲਣਾ ਜਾਣਾ ਏ ਤੂੰ। ਇਹ ਸਾਧ ਸੰਗਤ ਦੀ ਉਸ ਵੇਲੇ ਮਾਤਾ ਸਤਿਗੁਰਾਂ ਜੀ ਨੇ ਸਮਝਾਇਆ, ਹੈ ਗੰਗਾ, ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਪਰਮੇਸ਼ਰ ਦਾ ਭਜਨ ਸਿਮਰਨ ਕਰਨ ਤੋਂ ਬਾਅਦ ਹੱਥੀ ਚੱਕੀ ਪੀਣੀ ਹੈ। ਕਣਕ ਤੇ ਛੋਲਿਆਂ ਦੇ ਦਾਣਿਆਂ ਨੂੰ ਇਕੱਠਾ ਆਟਾ ਇਹ ਤਿਆਰ ਕਰਨਾ ਤੁਸਾਂ। ਉਸ ਵੇਲੇ ਸਾਰਾ ਭੋਜਨ ਪਾਣੀ ਆਪ ਤਿਆਰ ਕਰਨਾ, ਦੁੱਧ ਰਿੜਕਣਾ ਏ, ਲੱਸੀ ਬਣਾਉਣੀ ਹੈ, ਮੱਖਣ ਕੱਢਣਾ, ਸਾਰਾ ਭੋਜਨ ਪਾਣੀ ਤਿਆਰ ਕਰਕੇ ਲੈ ਕੇ ਜਾਣਾ। ਸਤਿਗੁਰੂ ਮਹਾਰਾਜ ਕਹਿੰਦੇ, ਬਾਬਾ ਬੁੱਢਾ ਜੀ ਸਾਦੇ ਸੁਭਾਅ ਦੇ ਮਾਲਕ ਨੇ, ਸਾਦਗੀ ਵਿੱਚ ਰਹਿਣ ਵਾਲੇ ਨੇ। ਸਾਧ ਸੰਗਤ ਜੀ, ਇਹ ਜਿਹਦਾ ਮਨ ਚੰਚਲ ਹੋਏਗਾ ਨਾ, ਬਹੁਤੇ ਰੰਗ ਢੰਗ ਉਹ ਪਹਿਨੇਗਾ, ਵੇਖੇਗਾ। ਤੇ ਜਿਹੜਾ ਸਾਧ ਸੰਗਤ ਜੀ ਮਨ ਸ਼ਾਂਤ ਹੋਏ ਦੀ ਨਿਸ਼ਾਨੀ ਹੈ, ਉਹ ਸਾਦਗੀ ਵਿੱਚ ਰਹੇਗਾ। ਸਾਦਗੀ ਦੇ ਵਿੱਚ ਬੜੇ ਬੜੇ ਮਹਾਤਮਾ ਜਨ ਹੋਏ ਨੇ, ਸਾਦਗੀਆਂ ਵਿੱਚ ਰਹੇ ਹੈ। ਪਰ ਜੇ ਉਹਨਾਂ ਨੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਕੋਈ ਸਾਧ ਸੰਗਤ ਜੀ, ਉਹਨਾਂ ਨੇ ਜ਼ਿੰਦਗੀ ਵਿੱਚ ਕੋਈ ਐਸਾ ਕਰਮ ਕੀਤਾ ਵੀ ਹੈ, ਤਾਂ ਉਹਦੇ ਬਾਰੇ ਬਚਨ ਮਹਾਰਾਜ ਨੇ ਕੀਤੇ, ਤੂੰ ਗੁਰ ਪ੍ਰਸਾਦ ਕਰ ਰਾਜ ਜੋਗ। ਰਾਜੇ ਜੋਗੀ ਹੁੰਦੇ ਹੈ ਮਹਾਤਮਾ, ਇਸੇ ਅੰਦਰੋਂ ਜੁੜੇ ਹੋਏ, ਬਾਹਰੋਂ ਰਾਜ ਕਮਾਉਂਦੇ ਹੈ। ਐਵੇਂ ਨਹੀਂ, ਕਬੀਰ ਸਾਹਿਬ ਜੀ ਕਹਿੰਦੇ, ਵੱਡਾ ਦੇਸ ਵਡ ਰਾਜ ਹਰੀ ਦਿਆਂ ਸੰਤਾਂ ਦਾ, ਵੱਡਾ ਦੇਸ ਵਡ ਰਾਜ ਹਰੀ ਦਿਆਂ ਸੰਤਾਂ ਦਾ। ਵੱਡਾ ਦੇਸ ਵਡ ਰਾਜ ਹਰੀ ਦਿਆਂ ਸੰਤਾਂ ਦਾ, ਵੱਡਾ ਦੇਸ ਵਡ ਰਾਜ ਹਰੀ ਦਿਆਂ ਸੰਤਾਂ ਦਾ, ਵੱਡਾ ਦੇਸ ਵਡ ਰਾਜ ਗੁਰੂ ਦਿਆਂ ਸੰਤਾਂ ਦਾ। ਵੱਡਾ ਦੇਸ ਵਡ ਰਾਜ ਹਰੀ ਦਿਆਂ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਵੱਡਾ ਦੇਸ ਵੱਡ ਰਾਜ। ਵੱਡਾ ਰਾਜ ਕਰਦੇ ਨੇ ਸੱਚਖੰਡ ਦੇ ਵਿੱਚ, ਵੱਡਾ ਹੀ ਦੇਸ਼ ਹੈ। ਕਿਉਂਕਿ ਜਿਹੜੇ ਸੰਤ ਨੇ ਹਰੀ ਵਿੱਚ ਅਭੇਦ ਹੋ ਜਾਂਦੇ ਹੈ। ਇਹ ਅਵਸਥਾ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ, ਰੱਬ ਦੇ ਪਿਆਰਿਆਂ ਨੂੰ। ਉਸ ਵੇਲੇ ਮਾਤਾ ਗੰਗਾ ਜੀ ਨੇ ਸਾਰੀ ਜਦੋਂ ਤਿਆਰੀ ਕੀਤੀ, ਬਸ ਇੱਕ ਦਾਸੀ ਨੂੰ ਨਾਲ ਲਿਆ। ਇੱਕ ਦਾਸੀ ਨੂੰ ਨਾਲ ਲੈ ਕੇ ਚਰਨਾਂ ਵਿੱਚੋਂ ਜੋੜਾ ਮਾਤਾ ਜੀ ਨੇ ਲਾਉਣਾ ਕੀਤਾ। ਇਹ ਨਿਮਰਤਾ ਹੈ। ਸਾਧ ਸੰਗਤ ਜੀ, ਕਰ ਕਿਰਪਾ ਜਿਸ ਕੈ ਹਿਰਦੇ ਗਰੀਬੀ ਵਸਾਵੇ। ਸਾਧ ਗੁਰਮਤਿ ਹਿਰਦੈ ਗਰੀਬੀ ਆਵੇ। ਗਰੀਬੀ ਨਿਮਰਤਾ ਕਦੋਂ ਆਏਗੀ? ਜਦੋਂ ਗੁਰੂ ਦੀ ਮੱਤ ਧਾਰਨ ਕਰਾਂਗੇ। ਭਾਈ ਗੁਰਦਾਸ ਜੀ ਦਾ ਬਚਨ ਹੈ, ਗੁਰਮਤਿ ਹਿਰਦੈ ਗਰੀਬੀ ਆਵੇ। ਹਿਰਦੇ ਵਿੱਚ ਗਰੀਬੀ ਆ ਜਾਏਗੀ, ਬਾਹਰ ਨਹੀਂ ਗਰੀਬੀ ਆਉਣੀ। ਬਾਹਰ ਤੂੰ ਭਾਵੇਂ ਰਾਜ ਕਮਾਉਂਦਾ ਹੋਵੇ, ਜਨਕ ਰਾਜੇ ਵਾਂਗ ਭਗਤ ਵੱਡਾ ਰਾਜਾ, ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ। ਭਾਈ ਗੁਰਦਾਸ ਜੀ ਦੇ ਬਚਨ ਨੇ। ਰਾਜਾ ਜਨਕ ਜੀ ਸਵਈਆਂ ਦੀ ਬਾਣੀ ਵਿੱਚ ਉਹਨਾਂ ਦਾ ਨਾਮ ਆਉਂਦਾ। ਰਾਜ ਕਮਾਇਆ, ਰਾਜ ਕੀਤਾ,
ਪਰ ਭਗਤ ਬਣ ਕੇ ਰਹੇ। ਨਿਮਰਤਾ ਧਾਰਨ ਕਰਕੇ ਰੱਖੀ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਹੈ ਜਨਕ ਰਾਜਾ ਜੀ ਦਾ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਤੇ ਭਾਈ ਗੁਰਦਾਸ ਜੀ ਕਹਿੰਦੇ ਗੁਰਮਤਿ ਹਿਰਦੈ ਗਰੀਬੀ ਆਵੇ। ਇੱਥੇ ਨਹੀਂ ਅਹੁਦਿਆਂ ਦਾ ਮਾਣ ਹੈ, ਮਾਇਆ ਦਾ ਮਾਣ ਹੈ, ਜ਼ਮੀਨਾਂ ਦਾ ਮਾਣ ਹੈ। ਕੋਈ ਦੁਨੀਆ ਤੇ ਵਿਰਲਾ ਜੀ ਨੇ ਗੁਰੂ ਦੀ ਮੱਤ ਧਾਰਨ ਕੀਤੀ, ਗੁਰੂ ਦੀ ਸਿੱਖਿਆ ਧਾਰਨ ਕੀਤੀ ਏ। ਉਹਦੇ ਹਿਰਦੇ ਵਿੱਚ ਨਿਮਰਤਾ ਹੈ ਸਾਧ ਸੰਗਤ ਜੀ, ਨਿਮਰਤਾ। ਇੱਥੇ ਸੇਵਾ ਕਰਕੇ ਮੇਰੇ ਵਰਗਿਆਂ ਨੂੰ ਮਾਣ ਹੋ ਜਾਂਦਾ ਹੈ। ਮੈਂ ਕਥਾ ਸੋਹਣੀ ਕਰਦਾ ਹਾਂ, ਮੈਂ ਕੀਰਤਨ ਸੋਹਣਾ ਕਰਦਾ ਹਾਂ। ਤੇ ਸਾਧ ਸੰਗਤ ਜੀ ਇਹ ਤੇ ਗੁਰੂ ਸਾਹਿਬ ਹੀ ਕਿਰਪਾ ਕਰਨ। ਤੇ ਸਾਧ ਜਿਹਦੇ ਹੰਕਾਰ ਆ ਗਿਆ ਨਾ ਅੰਦਰ, ਰੋਜ਼ ਪੜ੍ਹਦੇ ਹੋ ਹੰਕਾਰੀਆਂ ਨਿੰਦਕਾਂ ਪਿੱਠ ਦੇ, ਗੁਰੂ ਸਾਹਿਬ ਨੇ ਉਸੇ ਸਮੇਂ ਪਿੱਠ ਕਰ ਲੈਣੀ ਹੈ ਜੇ ਤੇਰੇ ਅੰਦਰ ਹੰਕਾਰ ਆ ਗਿਆ। ਇਸ ਕਰਕੇ ਭਾਈ ਹੰਕਾਰ ਮਾਣ ਨਹੀਂ। ਮਾਤਾ ਜੀ ਨਿਮਰਤਾ ਧਾਰ ਕੇ ਚਰਨਾਂ ਵਿੱਚੋਂ ਜੋੜਾ ਲਾ ਕੇ ਤੇ ਬਾਬਾ ਬੁੱਢਾ ਜੀ ਦੇ ਪਾਸ ਚੱਲੇ। ਜਦੋਂ ਸਾਧ ਸੰਗਤ ਜੀ ਉਸ ਵੇਲੇ ਬਾਬਾ ਬੁੱਢਾ ਜੀ ਖੜੇ ਹੈ ਤੇ ਜਦੋਂ ਮਾਤਾ ਜੀ ਨੂੰ ਵੇਖਿਆ ਨਾ, ਬਾਬਾ ਬੁੱਢਾ ਜੀ ਕਹਿਣ ਲੱਗੇ, ਮਾਤਾ ਜੀ ਬਹੁਤ ਅੱਜ ਭੁੱਖ ਲੱਗੀ ਏ, ਤੁਸਾਂ ਠੀਕ ਕੀਤਾ ਭੋਜਨ ਲੈ ਕੇ ਆਏ ਹੋ। ਸਾਧ ਸੰਗਤ ਜੀ ਉਸ ਵੇਲੇ ਮਾਤਾ ਗੰਗਾ ਜੀ ਸੇਵਾ ਕਰ ਰਹੇ। ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ। ਜਿਹਨੂੰ ਚਾਰ ਪਦਾਰਥ ਚਾਹੀਦੇ ਹੈ ਨਾ, ਧਰਮ ਅਰਥ ਕਾਮ ਮੋਖ, ਤੇ ਉਹ ਸਾਧੂ ਮਹਾਤਮਾ ਦੀ ਸੇਵਾ ਕਰੇ। ਬਚਨ ਰੂਪੀ ਮੰਨਣ ਕਰਕੇ, ਸਰਵਣ ਮਨਨ ਅਧਿਆਸਨ ਕਰਕੇ ਸੇਵਾ ਕਰੇ। ਤੇ ਸਾਧ ਸੰਗਤ ਜੀ ਜਦੋਂ ਬਾਬਾ ਜੀ ਭੋਜਨ ਛਕਣ ਲੱਗੇ ਨਾ, ਗੰਢਾ ਸੀ ਜਿਹੜਾ ਪਿਆਜ਼ ਆਪਣੀ ਹੱਥ ਦੀ ਹਥੇਲੀ ਤੇ ਰੱਖਣਾ ਕੀਤਾ। ਤੇ ਸਾਧ ਸੰਗਤ ਜੀ ਮਾਤਾ ਗੰਗਾ ਜੀ ਨੇ ਜਦੋਂ ਸਾਰਾ ਭੋਜਨ ਬਾਬਾ ਬੁੱਢਾ ਜੀ ਨੂੰ ਫੜਾ ਦਿੱਤਾ, ਪਰੋਸ ਦਿੱਤਾ, ਬਾਬਾ ਜੀ ਨੇ ਗੰਢਾ ਚੱਕਿਆ। ਰੱਬ ਆਖਿਆ ਨਾ, ਰੱਬ ਦੇ ਪਿਆਰਿਆਂ ਦੇ ਭੇਤ ਨੂੰ ਉਹੀ ਜਾਣ ਸਕਦਾ ਹੈ, ਦੂਜਾ ਨਹੀਂ ਜਾਣ ਸਕਦਾ, ਦੂਜਾ ਨਹੀਂ ਜਾਣੇਗਾ। ਸਾਧ ਸੰਗਤ ਜੀ ਜਦੋਂ ਬਾਬਾ ਬੁੱਢਾ ਜੀ ਨੇ ਕੌਤਕ ਹੈ ਰੱਬ ਦੇ ਪਿਆਰਿਆਂ ਦੇ ਸਾਰੇ, ਜਦੋਂ ਬਾਬਾ ਜੀ ਨੇ ਗੰਢਾ ਪਿਆਜ਼ ਚੱਕਿਆ, ਮੁੱਕਾ ਮਾਰ ਕੇ ਜਦੋਂ ਗੰਢਾ ਭੰਨਿਆ ਨਾ ਸਾਧ ਸੰਗਤ ਜੀ, ਉਹਦੇ ਵਿੱਚੋਂ ਗੰਢੀ ਜੀ ਨਿਕਲੀ ਹੈ। ਸਾਧ ਸੰਗਤ ਜੀ ਬਾਬਾ ਬੁੱਢਾ ਜੀ ਨੇ ਜਦੋਂ ਜ਼ੋਰ ਦੇ ਨਾਲ ਮੁੱਕਾ ਮਾਰਿਆ, ਉਹ ਗੰਢੀ ਜੀ ਬਾਹਰ ਨਿਕਲ ਕੇ ਚਲੀ ਗਈ। ਸਾਧ ਸੰਗਤ ਜੀ ਉਸ ਵੇਲੇ ਬ੍ਰਹਮ ਗਿਆਨੀ ਮਹਾਤਮਾ ਜੀ ਬਚਨ ਕਰਦੇ, ਬ੍ਰਹਮ ਗਿਆਨੀ ਸਭ ਸ੍ਰੇਸ਼ਟ ਕਾ ਕਰਤਾ। ਇਹ ਉਹਨਾਂ ਲੱਛਣ ਹੈ ਬ੍ਰਹਮ ਗਿਆਨੀ ਦੇ। ਸਤਿਗੁਰਾਂ ਜੀ ਨੇ ਬਾਣੀ ਵਿੱਚ ਉਚਾਰਨ ਕੀਤੇ, ਦਰਜ ਕੀਤੇ ਹੈ। ਬ੍ਰਹਮ ਗਿਆਨੀ ਮੁਕਤ ਜੁਗਤ ਜੀਅ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ, ब्रह्म ज्ञानी अनाथ का नाथ, ब्रह्म ज्ञानी का सब ऊपर हाथ, ब्रह्म ज्ञानी का दर्श बड़ भागी पाइए, ब्रह्म ज्ञानी को बल बल जाइए, ब्रह्म ज्ञानी को खोजे महेश्वर, नानक ब्रह्म ज्ञानी आप परमेश्वर। एड्डी वड्डी साध संगत जी वास्ता बाबा बुढ़ा जी दे पास उस वेले जदों मुक्का मार के गंढा भनिया ना, गंढी जी बाहर निकल के चली गई। हस के कहन लगे, माता जी तुहाडे घर वेखे इहो जिहा साहिबजादा पैदा होवेगा, आज मैं मुक्का मार के गंढा भनिया ना, एडा तेज प्रताप होवेगा उन्हां दा, हथ विच जे खंडा फड़ लैणगे सतगुरु साहिब जी, जालमां दे सिर भन दिया करनगे जिवें गंढा भनिया है मैं। इउं साध संगत जी खुश हो के बाबा बुढ़ा जी ने बचन कीते। ते साध संगत जी माता गंगा जी उस वेले सच्चे पातशाह महाराज धन गुरु अर्जन देव सच्चे पातशाह जी दे अनन्य सेवक, दीन दुनिया दे मालक सतगुरां जी दे महल माता गंगा जी भी खुश हो गए। बाबा बुढ़ा जी ने वर देते वर। ते दूजे पासे एक गल का ध्यान रखे, वो संतन सेती मशकरी कुल डोबन की रीत, भागवान सेवा करे हुजता करे पलीत। जे किते संत नूं मशकरी कीती सी दुर्बख्शा सो करत ठखौरी, जाद वे फल पाए।
ਸਾਧ ਸੰਗਤ ਜੀ ਹਮੇਸ਼ਾ ਸੰਤਾਂ ਨੂੰ ਕਦੇ ਮਸ਼ਕਰੀ ਨਹੀਂ ਕਰਨੀ, ਰੱਬ ਦੇ ਪਿਆਰਿਆਂ ਨੂੰ, ਉਹਦਾ ਤੇ ਕੱਖ ਨਹੀਂ ਜਾਣਾ। ਤੇ ਸਤਿਗੁਰੂ ਮਹਾਰਾਜ ਨੇ ਆਪਣੀ ਕਲਮ ਦੇ ਨਾਲ ਬਚਨ ਕੀਤੇ ਨੇ। ਭਗਤ ਨਾਮਦੇਵ ਜੀ ਮਹਾਰਾਜ ਨੇ, ਦੁਰਬਖਸ਼ਾ ਸੋ ਕਰਤ ਠਗੌਰੀ ਜਾਦਵ ਇਹ ਫਲ ਪਾਏ। ਤੇ ਕੀਤੀ ਸੀ ਮਸ਼ਕਰੀ ਸਾਧ ਸੰਗਤ ਜੀ ਦੁਰਬਖਸ਼ਾ ਰਿਖੀ ਨੂੰ, ਸਾਰੀ ਜਾਦਵਾਂ ਦੀ ਕੁੱਲ ਨੂੰ ਫਲ ਭੋਗਣਾ ਪਿਆ। ਇਸ ਕਰਕੇ ਜੇ ਸਾਧੂ ਕੋਲ ਜਾਈਦਾ ਕੁਝ ਨਾ ਕੁਝ ਪਰਮਾਰਥ ਦੁਨਿਆਵੀ ਪ੍ਰਾਪਤ ਜ਼ਰੂਰ ਕਰੀਦਾ ਹੈ। ਮਾਤਾ ਗੰਗਾ ਜੀ ਘਰ ਆ ਗਏ, ਸਤਿਗੁਰਾਂ ਜੀ ਨੂੰ ਜਾ ਕੇ ਬੇਨਤੀ ਕੀਤੀ, ਸਵਾਮੀ ਜੀ ਬਾਬਾ ਬੁੱਢਾ ਜੀ ਨੇ ਵਰ ਦਿੱਤੇ ਹੈ, ਬਹੁਤ ਤੇਜਸਵੀ ਬਹੁਤ ਤੇਜ ਪ੍ਰਤਾਪ ਵਾਲਾ ਸਾਹਿਬਜ਼ਾਦਾ ਪੈਦਾ ਹੋਵੇਗਾ, ਉਹਨਾਂ ਦਾ ਨਾਮ ਹਰਗੋਬਿੰਦ ਹੋਵੇਗਾ। ਤੇ ਸਾਧ ਸੰਗਤ ਜੀ ਇਉਂ ਮਾਤਾ ਜੀ ਸਤਿਗੁਰੂ ਮਹਾਰਾਜ ਜੀ ਨੂੰ ਦੱਸ ਰਹੇ ਆ, ਧੰਨ ਗੁਰੂ ਅਰਜਨ ਸਾਹਿਬ ਜੀ ਨੂੰ। ਸਤਿਗੁਰੂ ਪੁੱਛਦੇ ਆ, ਗੰਗਾ ਹੋਰ ਕੀ ਬਚਨ ਕੀਤੇ? ਸਤਿਗੁਰੂ ਜੀ ਬਾਬਾ ਜੀ ਕਹਿੰਦੇ ਐ ਹੱਥ ਵਿੱਚ ਤਲਵਾਰ ਫੜ ਲਿਆ ਕਰਨਗੇ, ਬੜੇ ਬੜੇ ਸੂਰਮੇ ਜਰਨੈਲ ਮਹਾਰਾਜ ਦੇ ਨਾਮ ਤੋਂ ਡਰਿਆ ਕਰਨਗੇ। ਤੇ ਸਾਧ ਸੰਗਤ ਜੀ ਸਤਿਗੁਰੂ ਬੜੇ ਖੁਸ਼ ਹੋਏ। ਇੱਧਰ ਜਦੋਂ ਪਤਾ ਲੱਗਿਆ ਨਾ ਬਾਬਾ ਪ੍ਰਿਥੀ ਚੰਦ ਨੂੰ, ਸਾਧ ਸੰਗਤ ਜੀ ਵਰ ਲੈ ਕੇ ਆਏ ਹੈ ਬਾਬਾ ਬੁੱਢਾ ਜੀ ਤੋਂ, ਅੰਦਰੋਂ ਅੰਦਰ ਹੀ ਈਰਖਾ ਕਰ, ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ। ਕਦੇ ਭਲਾ ਨਹੀਂ ਹੁੰਦਾ ਜਿਹੜਾ ਈਰਖਾ ਕਰੇ ਰੱਬ ਦੇ ਪਿਆਰਿਆਂ ਮਹਾਤਮਾ ਸੰਤਾਂ ਦੇ ਨਾਲ, ਉਹ ਤੇ ਗੁਰੂ ਸਾਹਿਬ ਨਾਲ ਈਰਖਾ ਕਰਦਾ ਹੈ। ਤੇ ਸਾਧ ਸੰਗਤ ਜੀ ਫਿਰ ਇਹ ਕੱਲ ਕਲੇਸ਼ ਵਧਿਆ ਸਮਾਂ ਨਹੀਂ ਹੈ, ਕਿਉਂਕਿ ਸਾਧ ਸੰਗਤ ਜੀ ਬੜਾ ਵੱਡਾ ਇਤਿਹਾਸ ਹੈ ਇਹ। ਇਸ ਕਰਕੇ ਜੇ ਇਤਿਹਾਸ ਸੁਣਨਾ ਤੇ ਸਮਾਂ ਬੜਾ ਮੋਟਾ ਰੱਖਿਆ ਕਰੋ, ਤੇ ਇਹ ਘੰਟੇ ਬੱਧੀ ਇਤਿਹਾਸ ਨਹੀਂ ਸੁਣਾਏ ਜਾਂਦੇ ਸਤਿਗੁਰਾਂ ਜੀ ਦੇ। ਫਿਰ ਸਾਧ ਸੰਗਤ ਜੀ ਈਰਖਾ ਕਰਦਾ ਹੈ ਪ੍ਰਿਥੀ ਚੰਦ। ਗੁਰੂ ਅਰਜਨ ਸਾਹਿਬ ਜੀ ਗੁਰੂ ਕੀ ਵਡਾਲੀ ਚਲੇ ਗਏ, ਉੱਥੇ ਭਾਗੂ ਚੌਧਰੀ ਨੇ ਮਹਾਰਾਜ ਨੂੰ ਹਵੇਲੀ ਦਿੱਤੀ ਹੈ। ਚੌਧਰੀ ਸੀ ਭਾਗੂ ਨਾਮ ਦਾ, ਮਹਾਰਾਜ ਦਾ ਗੁਰਸਿੱਖ ਸੀ ਸਤਿਗੁਰੂ ਸੱਚੇ ਪਾਤਸ਼ਾਹ ਦਾ। ਕਹਿੰਦਾ ਮਹਾਰਾਜ ਜੀ ਕਿਰਪਾ ਕਰੋ ਮੇਰੀ ਹਵੇਲੀ 'ਚ ਚਰਨ ਪਾਓ। ਮਹਾਰਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਭਾਗੂ ਚੌਧਰੀ ਦੀ ਹਵੇਲੀ ਵਿੱਚ ਚਰਨ ਪਾਏ। ਤੇ ਭਾਗੂ ਚੌਧਰੀ ਦੀ ਘਰਵਾਲੀ ਇਸਤਰੀ ਮਾਤਾ ਗੰਗਾ ਜੀ ਦੀ ਸੇਵਾ ਕਰਦੇ ਐ। ਉਹ ਦਿਨ ਫਿਰ ਆਇਆ ਸਾਧ ਸੰਗਤ ਜੀ ਜਦੋਂ 6ਵੇਂ ਪਾਤਸ਼ਾਹ ਸਤਿਗੁਰੂ ਹਾੜ ਦੇ ਮਹੀਨੇ ਮਹਾਰਾਜ ਅਵਤਾਰ ਧਾਰਦੇ ਐ। ਗੁਰੂ ਨਾਨਕ ਸਾਹਿਬ ਦੇ ਬਚਨ ਸੀ ਨਾ, ਅਸੀਂ 10 ਜਾਮੇ ਲੈ ਕੇ ਆਵਾਂਗੇ। ਅੱਜ ਮਹਾਰਾਜ ਨੇ 6ਵਾਂ ਜਾਮਾ ਧਾਰਨ ਕੀਤਾ, ਮਾਤਾ ਗੰਗਾ ਜੀ ਦੇ ਹਿਰਦੇ ਵਿੱਚੋਂ ਪ੍ਰਗਟ ਹੋਏ। ਉਸ ਵੇਲੇ ਸਾਧ ਸੰਗਤ ਜੀ ਮਹਾਰਾਜ ਨੂੰ ਜਦੋਂ ਪਤਾ ਲੱਗਿਆ ਨਾ, ਸਾਧ ਸੰਗਤ ਜੀ ਅੱਜ ਉੱਥੇ ਗੁਰਦੁਆਰਾ ਛੇਹਰਟਾ ਸਾਹਿਬ ਹੈ ਜਿੱਥੇ ਦੀਨ ਦੁਨੀਆ ਦੇ ਮਾਲਕ ਅਵਤਾਰ ਧਾਰਦੇ ਹੈ। ਉਸ ਵੇਲੇ ਮਹਾਰਾਜ ਨੇ ਸੋਰਠ ਰਾਗ ਵਿੱਚ ਬਚਨ ਕੀਤਾ। ਸੋਰਠ ਮਹੱਲਾ ਪੰਜਵਾ, ਪਰਮੇਸ਼ਰ ਦਿੱਤਾ ਬੰਨਾ, ਬੰਨਾ ਨਾਮ ਪੁੱਤਰ ਦਾ ਹੈ। ਦੁੱਖ ਰੋਗ ਕਾ ਡੇਰਾ ਭੰਨਾ, ਅਣਤ ਕਰੈ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਸੰਤੋ ਸੁਖ ਹੋਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ, ਰਬ ਰਹਿਆ ਸਭਨੀ ਜਾਈ। ਇਹ ਬਚਨ ਮਹਾਰਾਜ ਨੇ ਕੀਤੇ, ਖੁਸ਼ੀ ਵਿੱਚ ਉਚਾਰੇ। ਸਤਿਗੁਰ ਸਾਚੈ ਦੀਆ ਭੇਜ, ਚਿਰ ਜੀਵਨ ਉਪਜਿਆ ਸੰਜੋਗ। ਇਹ ਬਚਨ ਮਹਾਰਾਜ ਸਾਹਿਬ ਜੀ ਨੇ ਉਚਾਰੇ। ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਬੰਨਾ ਨਾਮ ਪੁੱਤਰ ਦਾ ਧਿਆਨ ਰੱਖਣਾ। ਪਰਮੇਸ਼ਰ ਨੇ ਪੁੱਤਰ ਦਿੱਤਾ, ਭਾਵ ਕੇ ਗੁਰੂ ਹਰਗੋਬਿੰਦ ਸਾਹਿਬ ਪ੍ਰਗਟ ਹੋਏ। ਆਨੰਦ ਕਰੈ ਨਰ ਨਾਰੀ। ਜਦੋਂ ਸਾਧ ਸੰਗਤ ਦੀ ਅੰਮ੍ਰਿਤ ਵੇਲੇ ਮਹਾਰਾਜ ਸਤਿਗੁਰੂ ਜੀ ਅਵਤਾਰ ਧਾਰਦੇ ਹੈ, ਤੇ ਬਹੁਤ ਸਾਰੀਆਂ ਸਿੱਖ ਸੰਗਤਾਂ ਨੂੰ ਜਦੋਂ ਪਤਾ ਲੱਗਿਆ ਸੱਚੇ ਪਾਤਸ਼ਾਹ ਜੀ ਦੀਨ ਦੁਨੀਆ ਦੇ ਮਾਲਕ ਗੁਰੂ ਅਰਜਨ ਸਾਹਿਬ ਜੀ ਦੇ ਘਰ ਸਾਹਿਬਜ਼ਾਦੇ ਆਉਂਦੇ ਹੈ, ਪ੍ਰਗਟ ਹੁੰਦੇ, ਅਵਤਾਰ ਧਾਰਦੇ ਹੈ, ਬਹੁਤ ਸਾਧ ਸੰਗਤ ਜੀ ਖੁਸ਼ੀਆਂ ਉਸ ਵੇਲੇ ਮਨਾ ਰਹੇ ਹੈ। ਤੇ ਮਹਾਰਾਜ ਨੇ ਆਪਣੀ ਕਲਮ ਨਾਲ ਲਿਖਿਆ ਬਚਨਾਂ ਅਨੁਸਾਰ, ਅਨੰਤ ਕਰੈ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਸੰਤੋ ਸੁਖ ਹੋਆ ਸਭ ਥਾਈ। ਉਸ ਵੇਲੇ ਮਾਤਾ ਗੰਗਾ ਜੀ ਨੇ ਜਦੋਂ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਦਾ ਦਰਸ਼ਨ ਕੀਤਾ ਨਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ, ਧੰਨ ਹੈ ਉਹ ਦਾਈ ਜਿਹੜੀ ਦਾਈ ਸਤਿਗੁਰਾਂ ਦੇ ਪਹਿਲੇ ਦਰਸ਼ਨ ਕਰਦੀ ਹੈ। ਤੇ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਤੇ ਧੰਨਤਾ ਦੇ ਜੋਗੀ ਹੈ।
क्योंकि गुरु अर्जन साहिब तो आप परमेश्वर ने, वो दाई भी धन है, वो संगत भी धन है जिन्होंने महाराज के दर्शन किए। उस वेले माता गंगा जी ने वाहिगुरु परमेश्वर का की धन्नवाद किया, महाराज हे गुरु अर्जन साहिब सच्चे पातशाह दिता तो तुसी ही है, ये तो तुहाडे कौतक है, साधुआं नूं वड़ियाई देनी। महाराज हे गुरु अर्जन साहिब सच्चे पातशाह स्वामी जी, मेरे पति वाहिगुरु परमेश्वर जी, ये पिरथी चंद करमों बड़े बोल कबोल बोलती सी महाराज, पर तेरे भरोसे साइया मैं लाड़ लड़ाया, भूलै चुकह बारक तू हर पिता माया। श्री राग विच बचन आउंदे गुरु अर्जन साहिब दे, महाराज में लाड़ लड़ाया, भाव प्रेम कीता, प्रेमा भगती कीती तेरे भरोसे, मेरे घरे आउणगे साहिबजादे। तेरे भरोसे साइया मैं लाड़ लड़ाया, तेरे भरोसे साइया मैं लाड़ लड़ाया। तेरे भरोसे साइया मैं लाड़ Hare
ਭੁੱਲਹਿ ਚੁੱਕੈ ਬਾਰਕ ਤੂੰ ਹਰ ਪਿਤਾ ਮਾਇਆ। ਵਾਹਿਗੁਰੂ ਮੈਂ ਤੁਹਾਡੇ ਭਰੋਸੇ ਲਾੜ ਲੜਾਇਆ ਸਤਿਗੁਰਾਂ ਜੀ ਨੂੰ, ਉਸ ਵੇਲੇ ਮਹਾਰਾਜ ਦਾ ਅਵਤਾਰ ਹੋਇਆ। ਫਿਰ ਸਾਧ ਸੰਗਤ ਜੀ ਬੜੇ ਪਿਰਥੀ ਚੰਦ ਨੇ ਸਤਿਗੁਰਾਂ ਜੀ ਨੂੰ ਤੰਗ ਕਰਨ ਦੇ ਯਤਨ ਕੀਤੇ, ਕਿਤੇ ਦਹੀਂ 'ਚ ਜ਼ਹਿਰ ਪਾ ਦੇਣਾ, ਸੱਪ ਛੱਡ ਦੇਣਾ। ਇਹ ਬੜਾ ਲੰਬਾ ਇਤਿਹਾਸ ਹੈ। ਫਿਰ ਸਤਿਗੁਰੂ ਮਹਾਰਾਜ ਜੀ ਕਦੇ ਕਿਰਪਾ ਕਰਨ ਆਪ ਜੀ ਨੇ ਸਰਵਣ ਕਰ ਰਹਿਣਾ। ਹੁਣ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਫਿਰ ਦੇਖੋ ਸ਼ਾਸਤਰ ਵਿਦਿਆ ਫਿਰ ਬਾਬਾ ਬੁੱਢਾ ਜੀ ਤੋਂ ਹੀ ਸਿੱਖੀ ਮਹਾਰਾਜ ਸਾਹਿਬ ਜੀ ਨੇ। ਭਾਵੇਂ ਕਿ ਗੁਰੂ ਸਾਹਿਬ ਨੂੰ ਗੁਰੂ ਧਾਰਨ ਦੀ ਲੋੜ ਨਹੀਂ, ਮਹਾਰਾਜ ਤਾਂ ਆਪ ਵਾਹਿਗੁਰੂ ਪਰਮੇਸ਼ਰ ਨੇ, ਪਰ ਮਰਿਆਦਾ ਹੈ ਗੁਰੂ ਧਾਰਨ ਦੀ। ਸਾਧ ਸੰਗਤ ਜੀ, ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਨੇ 64 ਦਿਨ ਵਿਦਿਆ ਪੜ੍ਹੀ ਦੁਰਬਖਸ਼ਾ ਰਿਖੀ ਜੀ ਤੋਂ। ਵਾਹਿਗੁਰੂ 7 ਦਿਨ ਵਿਦਿਆ ਪੜ੍ਹੀ ਤੇ 64 ਦਿਨ ਵਿਦਿਆ ਪੜ੍ਹੀ ਸੀ ਮਹਾਰਾਜ ਰਾਮ ਜੀ ਨੇ। ਇਸ ਕਰਕੇ ਗੁਰੂ ਧਾਰਨ ਦੀ ਬੜੀ ਸਾਧ ਸੰਗਤ ਜੀ, ਅਵਤਾਰਾਂ ਨੇ ਗੁਰੂ ਧਾਰਿਆ। ਅਸੀਂ ਤੇ ਆਮ ਮਨੁੱਖਾਂ, ਸਾਨੂੰ ਵੀ ਗੁਰੂ ਧਾਰਨ ਦੀ ਲੋੜ ਹੈ। ਇਸ ਕਰਕੇ ਸਾਧ ਸੰਗਤ ਜੀ, ਫਿਰ ਮਹਾਰਾਜ ਨੇ ਮੀਰੀ ਪੀਰੀ ਦੀਆਂ ਤਲਵਾਰਾਂ ਧਾਰੀਆਂ, ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਿਰਜਿਆ। ਸਤਿਗੁਰੂ ਨੇ ਸੁਤੰਤਰ ਵਿਚਰਨ ਦਾ ਉਪਦੇਸ਼ ਦਿੱਤਾ। ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਉਣ ਵਾਲੀ ਮਹਾਰਾਜ ਸਾਹਿਬ ਜੀ ਨੇ ਇਹ ਸਤਿਗੁਰਾਂ ਜੀ ਨੇ ਪਰੰਪਰਾ ਕਹਿ ਲਓ, ਇਹ ਲੱਛਣ ਕਹਿ ਲਓ, ਸਾਡੇ ਅੰਦਰ ਪ੍ਰਗਟ ਕੀਤੇ। ਨਾ ਡਰਨਾ ਤੇ ਨਾ ਡਰਾਉਣਾ, ਮਜ਼ਲੂਮਾਂ ਦੀ ਰੱਖਿਆ ਕਰਨੀ, ਜ਼ੁਲਮ ਦੇ ਵਿਰੁੱਧ ਲੜਨਾ। ਤੇ ਸਤਿਗੁਰਾਂ 4 ਵੱਡੀਆਂ ਜੰਗਾਂ ਕੀਤੀਆਂ ਜੀ, ਜਿਹਦੇ ਵਿੱਚ ਲੱਖ ਲੱਖ ਦੀ ਫੌਜ ਚੜ੍ਹ ਕੇ ਆਉਂਦੀ ਸੀ ਸ਼ਾਹਜਹਾਂ ਦੀ। ਤੁਸੀਂ ਜੇ ਕਿਤੇ ਮਹਾਰਾਜ ਦਾ ਜੰਗ ਸੁਣੋ ਨਾ, ਜੰਗ